ਤੀਸਰੇ ਅਧਿਆਇ ਦੇ ਵਿੱਚ ਵਿੱਦਿਆ ਦਾ ਵਰਣਨ ਕਰਨਗੇ। ਵਿੱਦਿਆ ਦਾ ਕੀ ਮਹੱਤਵ ਹੈ, ਵਿੱਦਿਆ ਕਿਉਂ ਪੜ੍ਹਨੀ ਚਾਹੀਦੀ, ਵਿੱਦਿਆ ਦਾ ਫਲ ਕੀ ਹੈ, ਵਿੱਦਿਆ ਦਾ ਮਹਾਤਮ। ਪਹਿਲੇ ਵਿੱਚ ਧਰਮ ਦਾ ਨਿਰੂਪਣ, ਦੂਸਰੇ ਵਿੱਚ ਗੁਰੂ ਦੀ ਮਹਿਮਾ, ਅਤੇ ਤੀਸਰੇ ਦੇ ਵਿੱਚ ਵਿੱਦਿਆ ਦਾ ਨਿਰੂਪਣ ਕਰ ਰਹੇ ਆ। ਦੋਹਰਾ ਅਧਿਆਇ ਤੀਜਾ ਦੋਹਰਾ ਵਿੱਦਿਆ ਵਰਣੇ ਤੀਸਰੇ ਛੰਦ 28 ਮਾਨ। ਵਿੱਦਿਆ ਦਾ ਵਰਣਨ ਕਰਾਂਗੇ ਤੀਸਰੇ ਅਧਿਆਏ ਵਿੱਚ। ਇਸ ਦੇ ਛੰਦ 28 ਮੰਨ ਲਓ, ਠੀਕ ਹੈ। 28 ਛੰਦ ਇਹਦੇ। ਮਹਾਰਾਜ ਜੀ ਜਿਹੜਾ ਮੰਮੇ ਨੂੰ ਕੰਨਾ ਨੰਨੇ ਨੂੰ ਸਿਹਾਰੀ ਲੱਗ ਜਾਂਦੀ, ਇਹਦਾ ਕੀ ਮੀਨਸ ਹੁੰਦਾ ਜੀ? ਹਾਂਜੀ, ਇਹ ਜਿਹੜੀ ਇਹਨਾਂ ਨੇ ਮਾਨ ਨੂੰ ਨੰਨੇ ਨੂੰ ਸਿਹਾਰੀ ਲਾਤੀ ਜੀ, ਇੱਥੇ ਇਹ ਕਿਰਿਆਵਾਚਕ ਪਦ ਹੈ। ਇਹ ਹੁਣ ਇੱਕ ਕਿਰਿਆਵਾਚਕ ਹੋ ਗਿਆ ਜੀ, ਜੇ ਸਿਹਾਰੀ ਦੇ ਨਸ਼ਹਿਤ ਵੀ ਮੰਨ ਲਓ, ਸਮਝ ਲਓ, ਮੰਨ ਲਓ। ਨਹੀਂ, ਉਹ ਮਤਲਬ ਸਿਹਾਰੀ ਜਿਹੜੀ ਜਾਂ ਔਂਕੜ ਦੁਲੈਂਕੜ ਹੈ ਨਾ, ਉਹ ਹਰ ਥਾਂ 'ਤੇ ਵੱਖਰੇ ਅਰਥ 'ਚ ਆਉਂਦਾ। ਹਾਂ, ਉਹੀ ਚੱਕਰ ਹੈ। ਕਿਤੇ ਕਰਤਾ ਅਰਥ 'ਚ ਆਉਂਦਾ ਹੈ, ਕਿਤੇ ਕਰਮ ਅਰਥ 'ਚ ਆਉਂਦਾ ਆ, ਕਿਤੇ ਮਤਲਬ ਸੰਬੋਧਨ ਅਰਥ 'ਚ ਆਉਂਦਾ ਆ। ਉਹ ਤਾਂ ਸਮਝਣ 'ਚ ਉੱਪਰ ਆ ਨਾ। ਇਹੀ ਤਾਂ ਵਿਆਕਰਨ ਦੀ ਮਤਲਬ ਉਹ ਹੈਗੀ ਆ ਮਹਿਮਾ। ਇਹ ਜਾਣੀ ਕਿ ਪਕੜ ਵਾਲੀ ਭਈ ਗ੍ਰਾਮਰ ਜਿਹੜੀ ਆ ਉਹਦੇ ਨਾਲ ਇਹ ਪਤਾ ਲੱਗਦਾ ਹੈ ਵੀ ਇੱਥੇ ਪਦ ਜਿਹੜਾ ਕਿਰਿਆਵਾਚਕ ਹੈ, ਕਰਤਾਵਾਚਕ, ਕਰਤਾ ਨੂੰ ਕਹਿ ਰਿਹਾ ਜਾਂ ਕਿਰਿਆ ਨੂੰ ਕਹਿ ਰਿਹਾ ਜਾਂ ਕਰਮ ਨੂੰ ਕਹਿ ਰਿਹਾ। ਇਹ ਲਘੂ ਸਿਧਾਂਤ में आएगा ना ਸਭ ਲਘੂ ਸਿਧਾਂਤ ਵਿੱਚ। ठीक है। ਇਹ ਸਾਰਾ ਲਘੂ ਸਿਧਾਂਤ ਦਾ ਵਿਸ਼ੇ ਹੈ। ਉਹਦੇ ਬਾਅਦ ਬਰੀਕੀ ਦਾ ਪਤਾ ਲੱਗਦਾ ਆ। ਹੁਣ ਜਿਵੇਂ ਦਸਮ ਦੇ ਵਿੱਚ ਕੋਰ ਸ਼ਬਦ ਆਉਂਦਾ ਨਾ, ਕੋਰ ਕੋਰ ਸ਼ਬਦ ਆਉਂਦਾ, ਜਾਂ ਕੋਰ ਵੀ ਆਉਂਦਾ ਆ। ਅਤੇ ਦੂਜਾ ਕੀ ਕਹਿੰਦੇ ਉਹਨੂੰ, ਗਵਾਲਿਆਂ ਦਾ ਨਹੀਂ ਆਉਂਦਾ, ਗਵਾਲ। ਹਾਂਜੀ, ਜਿਹੜੇ ਭਗਵਾਨ ਕ੍ਰਿਸ਼ਨ ਦੇ ਚਰਿੱਤਰ 'ਚ ਆਉਂਦਾ ਨਾ, ਉੱਥੇ ਜਿਹੜੇ ਉਹ ਹੈਗੇ ਆ ਗਊ ਚਾਰਨ ਵਾਲੇ ਗਵਾਲੇ, ਉਹਨਾਂ ਦੇ ਨਾਲ ਆਏਗਾ ਅਤੇ ਸਿਹਾਰੀ ਨਹੀਂ ਆਏਗੀ। ਗੋਪੀਆਂ ਦੇ ਨਾਲ ਆਏਗਾ ਤਾਂ ਸਿਹਾਰੀ ਆਏਗੀ। ਸਮਝ ਗਏ? ਹਾਂਜੀ, ਜਿਵੇਂ ਗਵਾਰ ਉੱਥੇ ਆਵੇਂ, ਉੱਥੇ ਗਵਾਰਨ, ਗਵਾਰਨੀਆਂ, ਗਵਾਰਨ ਨੰਨੇ ਸਿਹਾਰੀ ਆਏ। ਸਹੀ ਕਰਾਇਆ ਸਾਰੇ ਪਾਠ। ਉਹ ਤਾਂ ਹੀ ਹੈ ਨਾ ਉੱਥੇ। ਮਤਲਬ ਜੇ ਆਪਾਂ ਉੱਥੇ ਮਤਲਬ ਗਵਾਲ ਦਾ ਆਏਗਾ ਤਾਂ ਗੁਆਰ ਆਏਗਾ, ਗਵਾਰ ਇਕੱਲਾ ਆਏਗਾ। ਗਵਾਰਨ, ਗਵਾਰੇ ਨਹੀਂ, ਐ ਨਹੀਂ ਆਏਗਾ। ਇਸ ਤਰ੍ਹਾਂ ਕੋਰ ਸ਼ਬਦ ਹੈ, ਕੋਰ। ਜਿਵੇਂ ਰਾਜਕੁਮਾਰਾਂ ਦਾ ਹੁੰਦਾ, ਉਹਦੇ ਵਿੱਚ ਕੋਰ ਆਏਗਾ ਤਾਂ ਰਾਜਕੁਮਾਰ, ਕੋਰੀ ਆਏਗਾ ਤਾਂ ਸਿਹਾਰੀ ਆਏਗੀ ਅਤੇ ਰਾਜਕੁਮਾਰੀ। ਠੀਕ ਹੈ ਜੀ। ਲਿੰਗ ਪੁਲਿੰਗ ਦਾ ਫਰਕ ਪੈਂਦਾ ਉਹ ਚੀਜ਼ ਦੀ। ਇਹ ਸਾਰਾ ਕੁਛ ਸਪਸ਼ਟ ਹੁੰਦਾ, ਇਹ ਸਪਸ਼ਟ ਇੱਥੋਂ ਹੁੰਦਾ ਹੈ। 7 ਵਜੇ ਸਿਮਰੰਤ ਸੰਤ ਸਰਬੱਤਰ, ਕੱਲ੍ਹ ਪਰਸੋਂ ਆਪਾਂ ਕਰ ਰਹੇ ਹਾਂ। ਸਿਮਰੰਤ ਸੰਤ ਸਰਬੱਤਰ ਰਮਣ, ਸਿਮਰੰਤੀ ਅਤੇ ਸਿਹਾਰੀ ਸਿਮਰਨ ਕਰਦੇ ਹਨ। ਸਿਮਰੰਤੀ ਕਿਰਿਆਵਾਚਕ ਪਦ ਹੈ। ਪਠਤੀ, ਪਠਤਾ, ਪਠੰਤੀ। ਪਠਤੀ ਪੜ੍ਹਨ ਦਾ ਜਿਹੜਾ ਨਾ, ਉਹਦੀ ਕਿਰਿਆ ਚੱਲਦੀ। ਪਠਤੀ ਪੜ੍ਹਦਾ ਹੈ, ਪਠਤਾ ਪੜ੍ਹਦੇ ਹਨ, ਪਠੰਤੀ ਜ਼ਿਆਦਾ ਵਾਸਤੇ ਪੜ੍ਹਦੇ ਹਨ ਬਹੁਤ ਬੱਚੇ। ਬਾਲਕਾਹ ਪਠੰਤੀ, ਬਾਲਕ ਪੜ੍ਹ ਰਹੇ ਹਨ। ਬਾਲਕਾਹ ਪਠਤੀ, ਬਾਲਕ ਪੜ੍ਹਦਾ ਹੈ। ਬਾਲਕਾਹ ਇੱਕ ਵਚਨ, ਪਠਤੀ ਇੱਕ ਵਚਨ। ਬਾਲਕਾਹ ਬਹੁਵਚਨ, ਪਠੰਤੀ ਬਹੁਵਚਨ। ਬਾਲਕ ਪੜ੍ਹਦੇ ਹਨ। समझ गए ना? ये चीज़ है। मानना जानना में क्या फ़र्क है? हाँ जी, मानना और जानना। हाँ, कोई थोड़ा थोड़ा अंतर है। जानना और मानने में अंतर तो है। केवल आप किसी को जानते हैं, बस किसी से सुन लिया आपने तो ये फलाना आदमी है, जान गए आप, लेकिन माना नहीं आपने। माना तो नहीं ना, जान तो लिया लेकिन माना नहीं। बहुत लोगों को आप जानते हैं लेकिन मानते नहीं हैं। मानते किसी किसी को ही हैं। समझ गए ना? सभी जानने वाले को हम मानते नहीं हैं। ठीक है। जानते बहुत लोगों को हैं हम, लेकिन मानते उसी को जो हमारा ख़ास होता है। वो बात है। मानना और जानना, मानना और जानने से अंतर है ना। जान लो का अर्थ है समझ लो, मान लो का अर्थ की निश्चय कर लो। जान लो बस सामान्य है भी जान लो, पर मान लो का अर्थ है भी निश्चय कर लो भी वाकई यही है। ਤਾਂ ਹੀ ਮੰਨੇ ਕੀ ਗੱਲ ਆ, ਮੰਨਣ ਵਾਲੇ ਦੀ, ਜਾਣਨ ਵਾਲੇ ਦੀ ਨਹੀਂ। ਕੇਵਲ ਮੰਨਣ ਵਾਲੇ ਦੀ ਜਿਹੜੀ ਮਤਲਬ ਹੈਗੀ ਅਵਸਥਾ, ਉਹਦਾ ਮੰਨ ਨਹੀਂ ਕੀਤਾ ਜਾ ਸਕਦਾ। ਮੰਨਣ ਵਾਲੇ ਦੀ, ਜਾਣਨ ਵਾਲੇ ਤਾਂ ਬਹੁਤ ਹੈ।
ਬਹੁਤਾਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਬਹੁਤ ਇੱਥੇ ਬਾਣੀ ਹੈ। ਹਿੰਦੂ ਲੋਕ ਵੀ ਜਾਣਦੇ ਆ, ਈਸਾਈ ਵੀ ਜਾਣਦੇ ਆ, ਉਹਨਾਂ ਨੂੰ ਵੀ ਪਤਾ ਹੈ। ਪਰ ਮੰਨੇਗਾ ਕੌਣ? ਕੋਈ ਮੰਨੇਗਾ ਨਾ। ਸਿੱਖ ਮੰਨਦਾ ਵੀ ਹਾਂ ਮੇਰੇ ਗੁਰੂ ਆ, ਉਹਨੇ ਮੰਨ ਲਿਆ। ਉਹਨਾਂ 'ਚ ਵੀ ਹੁਣ ਬਹੁਤ ਜਿਹੜੇ ਆ ਉਹ ਮਤਲਬ ਕਹਿਣ ਵਾਲੇ ਹੀ ਆ ਨਾ, ਮੰਨਣ ਵਾਲੇ ਘੱਟ ਆ। ਸਮਝ ਗਏ? ਜਾਣਦੇ ਤਾਂ ਸਾਰੇ ਹੀ ਆ, ਸਾਰੇ ਜਾਣਦੇ ਵੀ ਆ, ਬੋਲਦੇ ਵੀ ਆ, ਕਹਿੰਦੇ ਵੀ ਆ ਵੀ ਸਭ ਸਿੱਖਣ ਕੋ ਹੁਕਮ ਹੈ। ਮੰਨਦਾ ਕੌਣ ਹੈ? ਕੋਈ ਮੰਨਦਾ ਹੈ। ਵਾਕਿਆ ਸਾਖਸ਼ਾਤ ਹੈ। ਮੰਨਣਾ ਤੇ ਜਿਵੇਂ ਇਸ ਦਿਨ ਉਹ ਭਾਈ ਸਾਹਿਬ ਕਹਿੰਦੇ ਨੂੰ ਮੰਨਦੇ ਆ ਪਰ ਦੀ ਨਹੀਂ ਮੰਨਦੇ। ਹਾਂ ਉਹੀ ਗੱਲ ਆ। ਗੁਰੂ ਗ੍ਰੰਥ ਸਾਹਿਬ ਨੂੰ ਆਂਦੇ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ। ਵਿਦਿਆ ਵਰਨੇ ਤੀਸਰੇ ਸੰਦ 28 ਮਾਨ, ਵਿਦਿਆ ਪਾਤਰ ਅਪਾਤਰ ਪੁਨ ਬ੍ਰਿਧਾ ਬ੍ਰਿਧ ਨਿਦਾਨ। ਵਿਦਿਆ ਦਾ ਵਰਣਨ ਕਰਾਂਗੇ 28 ਛੰਦਾਂ ਦੇ ਦੁਆਰਾ। ਹੋਰ ਕੀ ਕਰਾਂਗੇ? ਵਿਦਿਆ ਦਾ ਪਾਤਰ ਕੌਣ ਹੈ, ਵਿਦਿਆ ਦਾ ਅਧਿਕਾਰੀ ਕੌਣ ਹੈ। ਪਾਤਰ ਦਾ ਅਰਥ ਹੈ ਅਧਿਕਾਰੀ, ਅਪਾਤਰ ਦਾ ਅਨਧਿਕਾਰੀ। ਅਪਾਤਰ ਦਾ ਅਰਥ ਹੈ ਅਨਧਿਕਾਰੀ। ਵਿਦਿਆ ਪੜ੍ਹਨ ਦਾ ਅਧਿਕਾਰੀ ਕੌਣ ਹੈ? ਵਿਦਿਆ ਪੜ੍ਹਨ ਦਾ ਅਨਧਿਕਾਰੀ ਕੌਣ ਹੈ? ਪੁਨಃ ਦਾ ਅਰਥ ਹੈ ਫਿਰ। ਹੋਰ ਕੀ ਕਵਾਂਗੇ? ਬ੍ਰਿਧਾ, ਅਬਿਰਧ, ਵਧਣਾ ਔਰ ਘਟਣਾ। ਠੀਕ ਹੈ? ਵੀ ਘਟਦੀ ਕਿੱਦਾਂ ਵਿਦਿਆ ਤੇ ਵੱਧਦੀ ਕਿੱਦਾਂ। ਇੱਥੇ ਵੀ ਮਤਲਬ ਜਿਹੜੀ ਹੈ, ਜੇ ਦੂਸਰਾ ਤੁਸੀਂ ਗ੍ਰੰਥ ਫੇਰ ਨਹੀਂ ਲਿਆਏ, ਬ੍ਰਿਧੀ ਅਬਿਰਧੀ ਹੋ ਸਕਦੀ ਹੈ। ਅੱਖਰਾਂ ਦੇ ਵਿੱਚ ਫਿਰ ਜਿਨ੍ਹਾਂ ਨੂੰ ਤਾਂ ਛੰਦ ਸ਼ਾਸਤਰ ਪੜ੍ਹਿਆ ਨਿਦਾਨ। ਹੁਣ ਦੂਜੇ ਗਿਆਨੀਆਂ ਨੇ ਕਿੱਥੇ ਫੜਨਾ ਇਹ ਛੰਦ ਸ਼ਾਸਤਰ ਦੀਆਂ ਗਲਤੀਆਂ। ਹਾਂ, ਬ੍ਰਿਧ ਦਾ ਅਰਥ ਤੇ ਬਿਰਧਾ ਅਵਸਥਾ ਹੁੰਦਾ ਆ। ਬ੍ਰਿਧੀ ਦਾ ਅਰਥ ਹੈ ਵਧਣਾ, ਅਬਿਰਧੀ ਦਾ ਅਰਥ ਹੈ ਘਟਣਾ। ਬਿਰਧ ਦਾ ਕਿਰਤ ਕਰੋਗੇ। ਬਿਰਧ ਦਾ ਅਰਥ ਹੈ ਬਿਰਧਾ ਅਵਸਥਾ। ਬਿਰਧ ਦਾ ਅਰਥ ਕभी ਵੀ ਵਾਧਾ ਨਹੀਂ ਹੋ ਸਕਦਾ, ਵਧਣਾ। ਬ੍ਰਿਧੀ ਵਧਣਾ, ਅਬਿਰਧੀ ਘਟਣਾ। ਜ਼ਰੂਰ ਸਿਹਾਰੀ ਆਏਗੀ ਕਿਸੇ ਨਾ ਕਿਸੇ ਗ੍ਰੰਥ 'ਚ। ਇੱਕ ਪਾਠ ਇਹਦੇ ਵਿੱਚ ਹੋਰ ਆਉਂਦਾ ਜਾ ਕੀ ਬੁੱਧ ਮੈਂ ਬ੍ਰਿਧ ਹੋਇਆ। ਉਹ ਨਿਦਾਨ ਦਾ ਅਰਥ ਹੁੰਦਾ ਵਾ ਕਾਰਨ। ਨਿਦਾਨ ਦਾ ਅਰਥ निदान का अर्थ है कारण। जब आपकी औध निदान बने, निधान बने नहीं, निदान बने। ਨਿਦਾਨ ਬਣੇ। जब आपकी औध निदान अंत समा नहीं कारण ਬਣਦਾ तब ही रण में अत जूझ मरो। ਜਦੋਂ ਵੀ ਮੇਰੀ ਉਮਰ ਵਿੱਚ ਕਦੇ ਐਸਾ ਸਮੇਂ ਆਏਗਾ, ਕਾਰਨ ਬਣੇਗਾ, ਜਦੋਂ ਮੇਰਾ ਸਬਬ ਬਣੇਗਾ। ਨਿਧਾਨ ਤੇ ਨਿਦਾਨ ਦਾ ਅੰਤਰ ਕਿੰਨਾ ਆ? ਉੱਥੇ ਲੋਕ ਨਿਧਾਨ ਹੀ ਬੋਲੀ ਜਾਂਦੇ ਆ। ਜਬ ਆਪਕੀ ਉਹਦਾ ਨਿਧਾਨ। PDF भी है वो शायद टेलीग्राम ग्रुप से। ਨਹੀਂ ਇੱਧਰ ਪਈ ਸੀ, ਇੱਥੇ ਪਹਿਲਾਂ ਪਤਾ ਨਹੀਂ ਚੁੱਕੀ ਹੋ ਕਿਸੇ ਨੇ। ਫਿਰ ਚਲੋ ਕੋਈ ਬਾਤ ਨਹੀਂ, ਆ ਜਾਓ। ਕਿੱਥੇ ਪਈ ਸੀ? ਇੱਥੇ ਹੀ ਪਈ ਸੀ ਸਾਹਮਣੇ, ਇੱਥੇ ਰੱਖੀ ਹੁੰਦੀ। ਇਹਦਾ ਅਰਥ ਹੈ ਬ੍ਰਿਧੀ ਔਰ ਅਬਿਰਧੀ। ਇਹਦਾ ਮਤਲਬ ਵਿਦਿਆ ਵੱਧਦੀ ਕਿਵੇਂ, ਵਿਦਿਆ ਘਟਦੀ ਕਿਵੇਂ, ਵਿਦਿਆ ਦਾ ਕਾਰਨ ਕੀ ਹੈ, ਵਿਦਿਆ ਪ੍ਰਾਪਤ ਕਿਵੇਂ, ਕਿਹੜੇ ਕਾਰਨ ਕਰਕੇ ਹੁੰਦੀ ਜਾਂ ਕਿਹੜੇ ਕਾਰਨਾਂ ਕਰਕੇ ਪ੍ਰਾਪਤ ਕਰਨੀ ਚਾਹੀਦੀ ਹੈ, ਕੀ ਕਾਰਨ ਹਨ ਪ੍ਰਾਪਤ। ਇਹ ਸਾਰਾ ਕੁਝ ਇਸ ਅਧਿਆਇ 'ਚ ਵਰਣਨ ਕਰਨਗੇ। ਸਵਈਆ ਇਹ ਵੇਦ ਕੋ ਗਿਆਨ ਸੁਜਾਨਨ ਕੇ ਅਭਿਮਾਨ ਮਦਾਦ ਵਿਕਾਰ ਵਿਨਾਸ਼ੇ। ਸੇਮ ਹੀ ਚੀਜ਼ ਹੈ। ਇਹ ਤਾਂ ਇਹੀ ਹੈ। ਉਹ ਤਾਂ ਪ੍ਰਾਤਨ ਗ੍ਰੰਥ ਸਭਾ ਵਾਲਿਆਂ ਦੇ ਮੁਰੇ ਪਈ। ਜਾਂ ਤਾਂ ਦੂਜੀ ਹੋਵੇ ਜਿਹੜੀ, ਉਹ ਕੀ ਕਹਿੰਦੇ ਉਹਨੂੰ, ਆਪਣੇ ਕੋਲੇ ਜੀ ਜਵਾਲਾ ਸਿੰਘ ਮਹਾਰਾਜ, ਉਹ ਵੀ ਪਈ ਸੀ। ਜਵਾਲਾ ਦਾਸ ਮਹਾਰਾਜ, ਕੌਣ ਲੈ ਗਿਆ? ਜਵਾਲਾ ਦਾਸ ਵਾਲੀ। ਜਵਾਲਾ ਦਾਸ ਵਾਲੀ ਦਾ PDF ਮੇਰੇ ਕੋਲ ਵੀ ਹੈਗਾ ਜੀ। ਉਹ 'ਚ ਵੇਖਿਓ ਭਲਾ, ਉਹਦੇ 'ਚ ਹੋਏਗਾ। ਡਾਕੂਮੈਂਟ। ਇਹ ਔਖੀ ਵਾਲੀ ਹੈ ਜੀ। ਇਹ ਤਾਂ ਬਹੁਤ ਜ਼ਿਆਦਾ ਔਖੀ। ਮਾੜਾ ਬੰਦਾ ਤਾਂ ਪੜ੍ਹ ਹੀ ਨਹੀਂ ਸਕਦਾ ਜੀ। ज्वालादास महाराज जी। ਜਵਾਲਾਦਾਸ ਜੀ ਮਹਾਰਾਜ ਉਦਾਸੀ ਮਹਾਤਮਾ ਹੈ, ਬਹੁਤ ਤਗੜੇ ਭਗਤ ਹੈ। ज्ञानी भगवंत सिंह भी किसी ने की थी। ਗਿਆਨੀ ਭਗਵਾਨ ਸਿੰਘ ਦਾ ਵਾ ਹੈਗਾ ਇੱਕ ਟੀਕਾ। ਉਹ ਤਾਂ ਕੁਛ ਵੀ ਨਹੀਂਗਾ। ਉਹਦੇ 'ਚ ਨਹੀਂ ਕੁਛ ਵੀ, ਉਹ ਤਾਂ ਐਵੇਂ ਹੀ ਆ ਗੱਲ। ਉਹ ਮਤਲਬ ਬਹੁਤ ਸੌਖਾ ਜਿਹਾ ਨਹੀਂ ਲਿਖਿਆ ਉਹਨਾਂ ਨੇ। कोडिंग रो तो
ਹਾਂ ਹਾਂ, ਬਿਰਧ ਦਾ ਅਰਥ ਹੈ ਵੀ ਵਿੱਦਿਆ ਵੱਧਦੀ ਕਿਵੇਂ ਆ, ਅਬਿਰਧ ਦਾ ਅਰਥ ਘਟਦੀ ਕਿਵੇਂ ਆ। ਹਾਂ ਬ੍ਰਿਦਾ ਬ੍ਰਿਧੀ ਹੈ ਜੀ। ਕੋਈ ਗੱਲ ਨਹੀਂ, ਅਰਥ ਉਹੀ ਆ ਉਹਦਾ ਵੀ। ਬ੍ਰਿਧਾ ਬ੍ਰਿਧ ਹਾਂਜੀ, ਸਵਈਆ ਇਹ ਵੇਦ ਕੋ ਗਿਆਨ। ਬ੍ਰਿਧ ਦਾ ਅਰਥ ਵੱਡਾ ਹੋ ਗਿਆ ਜੀ ਫਿਰ। ਬਿਰਧ ਦਾ ਅਰਥ ਹੈ ਵਧਣਾ। ਇੱਥੇ ਵੈਸੇ ਬਿਰਧ ਦਾ ਅਰਥ ਬਿਰਧਾ ਵੱਡਾ ਹੁੰਦਾ, ਇਹਦਾ ਅਰਥ ਉਹੀ ਵੱਡਾ ਹੋਣਾ, ਵਧਣਾ। ਵਧਣਾ ਔਰ ਘਟਣਾ ਇੱਥੇ ਅਰਥ ਲੱਗੇਗਾ। ਵੱਡਾ ਛੋਟਾ ਅਰਥ ਇੱਥੇ ਨਹੀਂ ਲੱਗੇਗਾ, ਵਧਣਾ ਔਰ ਘਟਣਾ। ਇਹ ਜਿਹੜਾ ਵੇਦ ਦਾ ਗਿਆਨ ਹੈ, ਇਹ ਵੇਦ ਕੋ ਗਿਆਨ, ਵੇਦ ਬ੍ਰਹਮ ਗਿਆਨ। ਵੇਦ ਦਾ ਅਰਥ ਵੇਦ ਵੀ ਹੈ, 4 ਵੇਦ, ਵੇਦ ਦਾ ਅਰਥ ਬ੍ਰਹਮ ਵੀ ਹੈ। ਇਹ ਜੋ ਵੇਦ ਕੋ ਗਿਆਨ ਕਹੋ, ਵੇਦ ਦਾ ਜਿਹੜਾ ਮਤਲਬ ਬ੍ਰਹਮ ਵਿਦਿਆ ਦਾ ਜਿਹੜਾ ਬੋਧ ਹੈ, ਗਿਆਨ ਮਤਲਬ ਬੋਧ, ਜਾਂ ਵੇਦ ਕੋ ਗਿਆਨ, ਵੇਦ ਗਿਆਨ। ਵੇਦ ਤੋਂ ਕੀ ਗਿਆਨ ਮਿਲਦਾ? ਬ੍ਰਹਮ ਗਿਆਨ। ਸਮਝ ਗਏ? ਇਹ ਜਿਹੜਾ ਗਿਆਨ ਆ, ਸੋ ਜਾਣਨ ਕੇ, ਸੋ ਜਾਣਨ ਦਾ ਅਰਥ ਹੈ ਜਿਹੜੇ ਬਹੁਤ ਸ੍ਰੇਸ਼ਟ ਜਗਿਆਸੂ ਸਿਆਣੇ, ਜਿਹੜੇ ਪਾਤਰ ਆ, ਉਹ ਜਿਹਨਾਂ ਉਹਨਾਂ ਦੇ ਅੰਦਰ ਜਦੋਂ ਇਹ ਵੇਦ ਗਿਆਨ ਜਾਂਦਾ ਆ, ਬ੍ਰਹਮ ਵਿਦਿਆ, ਵੇਦ ਗਿਆਨ ਮਤਲਬ ਬ੍ਰਹਮ ਵਿਦਿਆ ਜਿਹੜੀ ਆਪਾਂ ਪੜ੍ਹ ਰਹੇ ਹਾਂ, ਜਿਹੜੀ ਬ੍ਰਹਮ ਵਿਦਿਆ ਸੁਜਾਨ ਕੇ, ਜੋ ਸੁਜਾਨ ਪੁਰਸ਼ ਹੈ, ਜਗਿਆਸੂ ਅਧਿਕਾਰੀ ਆ, ਜੋ ਆਪਣਾ ਜਨਮ ਮਰਨ ਦੀ ਨਿਵਰਤੀ ਚਾਹੁੰਦੇ ਆ, ਇਹ ਉਹਨਾਂ ਦੇ ਅੰਦਰ ਜਦੋਂ ਜਾਂਦਾ ਤਾਂ ਕੀ ਕਰਦਾ? ਅਭਿਮਾਨ ਮਦਾਦਿ ਵਿਕਾਰ ਵਿਨਾਸ਼ੇ। ਉਹਨਾਂ ਦੇ ਅੰਦਰ ਅਭਿਮਾਨ, ਅਹਮ, ਠੀਕ ਹੈ, ਮਦ, ਵੱਡਾਪਣਾ, ਜਾਂ ਮਤਲਬ ਪਦਾਰਥਾਂ ਦਾ ਨਸ਼ਾ, ਸਮਝ ਗਏ? ਸੰਸਾਰਕ ਪ੍ਰਪੰਚ ਪਦਾਰਥਾਂ ਦਾ ਨਸ਼ੇ 'ਚ ਧੁੱਤ ਹੈ ਜਿਹੜੇ ਮਦ ਆਦਿ। ਮਦ ਆਦਿ ਤੋਂ ਸਾਰੇ ਹੋਰ ਵੀ ਵਿਕਾਰ, ਠੀਕ ਹੈ, ਮਦ ਆਦਿ ਵਿਕਾਰ, ਲੋਭ ਮੋਹ ਅਹੰਕਾਰ ਈਰਸ਼ਾ, ਜੋ ਮਤਲਬ ਜਿੰਨੇ ਵੀ ਵਿਕਾਰ ਹੈ ਉਹ ਸਾਰੇ ਕਹਿੰਦੇ ਆ ਵਿਨਾਸ਼ੇ, ਵਿਨਾਸ਼ ਕਰ ਦਿੰਦਾ ਆ। ਕੌਣ? ਵੇਦ ਕੋ ਗਿਆਨ। ਮਦ ਮਤਲਬ? ਮਦ, ਮਦ ਦਾ ਮਤਲਬ ਹੁੰਦਾ ਵੈਸੇ ਨਸ਼ਾ, ਸੰਸਾਰਕ ਪਦਾਰਥਾਂ ਦੀ ਅਸਕਤੀ, ਠੀਕ ਹੈ, ਸੰਸਾਰਕ ਪਦਾਰਥਾਂ ਦਾ ਮੋਹ, ਸਮਝ ਗਏ? ਤੇ ਕ੍ਰੋਧ, ਲੋਭ, ਮੋਹ ਆਦਿ ਜਿਤਨੇ ਵਿਕਾਰ ਹੈ ਨਾ, ਉਹ ਵਿਨਾਸ਼ੇ, ਉਹ ਵਿਨਾਸ਼ ਕਰ ਦਿੰਦਾ। ਕਿਹਨਾਂ ਦੇ? ਸੁਜਾਨ ਪੁਰਸ਼ਾਂ ਦੇ। ਕੌਣ? ਵੇਦ ਦਾ ਗਿਆਨ। ਪੂਰਾ ਅਨਵੈ ਲਗਾ ਕੇ ਰੱਖਣਾ ਅਰਥ ਵੀ ਵੇਦ ਦਾ ਜਿਹੜਾ ਗਿਆਨ ਹੈ, ਜਦੀ ਇਹ ਕਿਸੇ ਪਾਤਰ ਦੇ ਅੰਦਰ ਚਲਾ ਜਾਏ, ਬ੍ਰਹਮ ਵਿਦਿਆ ਕਿਸੇ ਪਾਤਰ ਨੂੰ ਦਿੱਤੀ ਜਾਏ, ਯੋਗ ਵਿਅਕਤੀ ਨੂੰ ਪੜ੍ਹਾਈ ਜਾਏ, ਜੋ ਜਗਿਆਸੂ ਹੈ, ਅਧਿਕਾਰੀ ਹੈ, ਜੋ ਚਾਹੁੰਦਾ ਹੈ ਕਿ ਮੇਰੇ ਵਿਕਾਰਾਂ ਦੀ ਨਿਵਰਤੀ ਹੋ ਕਰਕੇ ਮੈਨੂੰ ਆਤਮ ਸਰੂਪ ਦੀ ਪ੍ਰਾਪਤੀ ਹੋਵੇ, ਜਦੀ ਉਹਦੇ ਅੰਦਰ ਚਲਾ ਜਾਏ ਤੇ ਉਹਦੇ ਅਭਿਮਾਨ, ਉਹਦਾ ਅਹਮ ਤੇ ਮਦ, ਮੋਹ ਹੰਕਾਰ ਲੋਭ ਆਦਿ ਜਿਹੜੇ ਵਿਕਾਰ ਆ ਵਿਨਾਸ਼ੇ, ਨਾਸ਼ ਕਰ ਦਿੰਦਾ। ਪੁਨ ਕੇਚਤ ਨੀਚਨ ਕੋ ਵਹ ਬੋਧ। ਜਦੀ ਉਹੀ ਜਿਹੜਾ ਬੋਧ ਹੈ, ਬੋਧ ਦਾ ਅਰਥ ਉਹੀ ਗਿਆਨ ਉੱਤੇ ਗਿਆਨ ਲਿਖਿਆ, ਇੱਥੇ ਬੋਧ ਲਿਖਿਆ, ਸਮਝ ਕੇ? ਵੇਦ ਕੋ ਬੋਧ ਜਾਂ ਵੇਦ ਕੋ ਗਿਆਨ, ਠੀਕ ਹੈ, ਬ੍ਰਹਮ ਵਿਦਿਆ ਜਾਂ ਉਹੀ ਬ੍ਰਹਮ ਗਿਆਨ। ਉਹ ਕਹਿੰਦੇ ਆ ਜੇ ਕਿਤੇ ਕਿਸੇ ਨੀਚ ਪੁਰਸ਼ ਨੂੰ ਉਹਦੇ ਅੰਦਰ ਚਲਾ ਜਾਏ, ਭਾਵ ਉਹ ਪੜ੍ਹ ਜਾਏ, ਕਿਤੇ ਅਧਿਕਾਰੀ ਤਾਂ ਨਹੀਂ ਹੈ ਪਰ ਪੜ੍ਹ ਗਿਆ, ਤੇ ਉਹ ਫਿਰ ਕੀ ਕਰਦਾ ਵਾ? ਉਹਦੇ ਅੰਦਰ ਜਾ ਕੇ ਮਦੈ, ਉਹਦੇ ਅੰਦਰ ਜਿਹੜੇ ਮਦੈ ਮਦ ਆਦਿ ਜਿਹੜੇ ਵਿਕਾਰ ਆ ਨਾ, ਉਹ ਕਹਿੰਦੇ ਨਿਵਾਸੇ, ਨਿਵਾਸ ਕਰ ਜਾਂਦੇ ਆ। ਅਭਿਮਾਨ ਵੀ ਮਨ ਆਦਿ ਵਿਕਾਰਾਂ ਦੇ ਅੰਦਰ ਚਲੇ ਜਾਂਦੇ, ਹੋਰ ਪੱਕੇ ਹੋ ਜਾਂਦੇ। ਅਭਿਮਾਨ ਦਾ ਅਰਥ ਹੰਕਾਰ ਵੀ ਹੈ ਜੀ। ਹਾਂ, ਅਹੰਕਾਰ ਹੈ ਵੀ ਉਹ ਅਹੰਕਾਰ ਦੇ ਸਖਤ ਹੋ ਜਾਂਦਾ ਜਦੋਂ ਉਹਦੇ ਅੰਦਰ ਉਹ ਮਤਲਬ ਫਿਰ ਉਹਦੇ ਅੰਦਰ ਇਹ ਜਾ ਕੇ ਮਨੋਂ ਜ਼ਹਿਰ ਦਾ ਕੰਮ ਕਰਦਾ, ਜਿਵੇਂ ਕਿਸੇ ਦੇ ਅੰਦਰ ਜ਼ਹਿਰ ਹੋ ਜਾਂਦਾ ਨਾ, ਉਸ ਤਰ੍ਹਾਂ ਹੈ। ਤੇ ਜਿਹੜਾ ਸੁਜਾਨ ਹੈ ਉਹਦੇ ਅੰਦਰ ਅੰਮ੍ਰਿਤ ਦਾ ਕੰਮ ਕਰਦਾ ਵਿਖ ਬਣ ਜਾਂਦਾ ਹੈ। ਤੇ ਉਹੀ ਆ ਪਾਤਰ ਅਪਾਤਰ ਦਾ ਅਰਥ ਦੱਸ ਰਿਹਾ ਵੀ ਪਾਤਰ ਅਪਾਤਰ ਦੇ ਅੰਦਰ ਜਾ ਕੇ ਕੀ ਫਰਕ ਪੈਂਦਾ ਹੈ। ਅਧਿਕਾਰੀ ਦੀ ਧਿਆਨ ਵੀ ਜੇ ਅਨਧਿਕਾਰੀ ਨੂੰ ਇਹੋ ਹੀ ਵੇਦ ਦਾ ਗਿਆਨ ਮਿਲ ਜਾਏ ਤੇ ਉਹਦੇ ਅੰਦਰ ਵਿਕਾਰਾਂ ਦੀ ਵ੍ਰਿੱਧੀ ਹੋ ਜਾਂਦੀ, ਉਹਦੇ ਅੰਦਰ ਵਿਕਾਰ ਚਲੇ ਜਾਂਦੇ, ਪੈਦਾ ਹੋ ਜਾਂਦੇ, ਨਾ ਵੀ ਹੋਵੇ ਤਾਂ ਵੀ ਪੈਦਾ ਹੋ ਜਾਂਦੇ। ਮਦ ਵਿੱਚ ਮਸਤਿਆ ਰਹਿੰਦਾ ਵੀ ਮੇਰੇ ਵਰਗ ਅੱਗੇ ਕੋਈ ਨਹੀਂ ਹੈਗਾ। ਲੋਭ ਮੋਹ ਆਦਿ, ਫਿਰ ਪੈਸੇ ਇਕੱਠੇ ਕਰਨੇ, ਦੁਨੀਆ ਨੂੰ ਠੱਗਣਾ ਕਰਨਾ, ਔਰ ਫਿਰ ਜਿਹੜੇ ਕੋਈ ਆਪਣੇ ਤੋਂ ਛੋਟੇ ਆ ਉਹਨਾਂ ਦਾ ਅਪਮਾਨ ਕਰਨਾ ਵੀ ਮੇਰੇ ਅੱਗੇ ਸਾਹਮਣੇ ਕੋਈ ਨਹੀਂ ਹੈ, ਇਹ ਸਭ ਮੂਰਖ ਹੈ, ਐਸਾ ਕਹਿਣਾ ਮੈਂ ਸਿਆਣਾ ਆ, ਮੈਂ ਜੋ ਕਹਿੰਦਾ ਉਹ ਸਹੀ ਹੈ, ਇਤਿਆਦਿ ਜਿਹੜੇ ਵਿਕਾਰ ਹੈ ਉਹਦੇ ਅੰਦਰ ਕਹਿੰਦੇ ਨਿਵਾਸ ਕਰ ਜਾਂਦੇ ਆ। ਸੁਜਾਨ ਪੁਰਸ਼ਾਂ ਦੇ ਅੰਦਰੋਂ ਬਿਨਾਂ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ, ਤੇ ਜਿਹੜੇ ਦੁਰਜਨ ਪੁਰਸ਼ ਹੈ, ਖੋਟੇ ਪੁਰਸ਼ ਹੈ, ਅਨਧਿਕਾਰੀ, ਉਹਨਾਂ ਦੇ ਅੰਦਰ ਨਿਵਾਸ ਹੋ ਜਾਂਦਾ ਵਿਕਾਰਾਂ ਦਾ।
ਵੇਦ ਗਿਆਨ ਇੱਕੋ ਹੀ ਹੈ, ਪਰ ਦੋਨਾਂ ਦੇ ਅੰਦਰ ਜਾ ਕੇ ਫਰਕ ਕੀ ਪੈਂਦਾ। ਉਹੀ ਵੇਦ ਵਿੱਦਿਆ ਹੈ, ਉਹੀ ਬ੍ਰਹਮ ਵਿੱਦਿਆ ਹੈ, ਪਰ ਦੋਵਾਂ ਦੇ ਅੰਦਰ ਪਾਤਰ ਅਪਾਤਰ ਦੇ ਵਿੱਚ ਜਾ ਕੇ ਕਹਿੰਦੇ ਉਹਦਾ ਫਰਕ ਪੈਂਦਾ। ਵਿੱਦਿਆ 'ਚ ਕੋਈ ਫਰਕ ਨਹੀਂ ਆ, ਇੱਥੇ ਪਾਤਰ ਅਪਾਤਰ ਦੀ ਗੱਲ ਆ। ਇਹ ਹੁਣ ਬਹੁਤ ਵੱਡਾ ਬੋਧ ਹੈ, ਛੋਟਾ ਮੋਟਾ ਬੋਧ ਥੋੜ੍ਹੀ ਆ ਵੀ ਪਾਤਰ ਅਪਾਤਰ ਦੇ ਅਨੁਸਾਰ ਜਿਹੜਾ ਨਾ ਹੁਣ ਇਹ ਉਹੀ ਆਮ ਹੀ ਆਪਾਂ ਦੇਖਦੇ ਹੀ ਆ ਨਾ ਵੀ ਇੱਕੇ ਹੀ ਕਲਾਸ 'ਚ ਇੱਕੇ ਹੀ ਥਾਂ 'ਤੇ ਇੱਕੇ ਵਿਦਿਆਲੇ 'ਚ ਪੜ੍ਹੇ ਹੁੰਦੇ ਬੰਦੇ, ਅਤੇ ਉਹਨਾਂ ਦਾ ਕਿੰਨਾ ਫਰਕ ਪੈਂਦਾ। ਬਹੁਤ ਜ਼ਿਆਦਾ ਜੀ। ਫਰਕ ਪੈਂਦਾ ਕਿ ਨਹੀਂ? ਇੱਕੇ ਥਾਂ 'ਤੇ ਦੋਵੇਂ ਬੰਦੇ ਪੜ੍ਹੇ ਹੁੰਦੇ ਆ, ਇੱਕ ਨਾਸਤਕ ਹੋ ਜਾਂਦਾ, ਇੱਕ ਆਸਤਕ ਹੋ ਜਾਂਦਾ। ਵੇਦ ਵਿੱਦਿਆ ਜਾਂ ਕੋਈ ਵੀ ਵਿੱਦਿਆ ਤਾਂ ਉਹਨਾਂ ਇਕੱਠਿਆਂ ਨੇ ਪੜ੍ਹੀ ਹੈ, ਪੜ੍ਹਾਉਣ ਵਾਲੇ ਨੇ ਕੋਈ ਛਲ ਕਪਟ ਨਾਲ ਪੜ੍ਹਾਈ ਨਹੀਂ, ਪਰ ਉਹਨਾਂ ਦੇ ਜਿਹੜਾ ਉਹਨਾਂ ਦੀ ਪਾਤਰਤਾ ਦੇ ਵਿੱਚ ਫਰਕ ਹੈ, ਪਾਤਰਤਾ 'ਚ ਫਰਕ ਹੈ, ਭਾਂਡੇ 'ਚ ਫਰਕ ਆ ਮਤਲਬ। ਭਾਂਡੇ 'ਚ ਫਰਕ ਹੈ। ਅੱਜ ਇੱਕ ਦ੍ਰਿਸ਼ਟਾਂਤ ਦੇਖੋ ਦੇ ਰਹੇ, ਅੱਜ ਅੰਮ੍ਰਿਤ ਜਾਸ ਹਲਾਹਲ ਹੋਏ। ਅੱਜ ਦਾ ਅਰਥ ਹੈ ਪੀਣਾ। ਕੀ ਪੀਣਾ? ਜਿਵੇਂ ਕਹਿੰਦੇ ਕਿਸੇ ਨੇ ਅੰਮ੍ਰਿਤ, ਜਾਸ ਦਾ ਅਰਥ ਹੈ ਜਿਸ ਨੇ ਅੰਮ੍ਰਿਤ ਪੀ ਲਿਆ ਹੋਵੇ, ਅੰਮ੍ਰਿਤ ਪੀਤਾ ਹੋਇਆ, ਜਿਸ ਦੇ ਅੰਦਰ ਜਾ ਕੇ ਹਲਾਹਲ ਦਾ ਅਰਥ ਹੈ ਜ਼ਹਿਰ ਬਣ ਜਾਏ, ਬਿਖ। ਅੱਜ ਦਾ ਅਰਥ ਹੈ ਪੀਤਾ ਹੋਇਆ, ਅੰਮ੍ਰਿਤ ਦਾ ਸਮਝਦਾ ਹੀ ਹੈ, ਅੰਮ੍ਰਿਤ ਪੀਤਾ ਜਿਸ ਦੇ ਅੰਦਰ ਜਾ ਕੇ ਹਲਾਹਲ, ਹਲਾਹਲ ਦਾ ਅਰਥ ਕੀ ਹੈ? ਜ਼ਹਿਰ ਹੋਏ, ਜ਼ਹਿਰ ਹੋ ਜਾਵੇ। ਨਹਿ ਔਖਦ ਵੈਦ ਨਹੀਂ ਕਛ ਤਾਸੇ, ਤਾਸੇ ਤਾਂ ਨਹੀਂ ਉਹਨਾਂ ਬੰਦਿਆਂ ਦਾ ਨਾ ਕੋਈ ਔਸ਼ਧੀ ਹੈ ਨਾ ਕੋਈ ਵੈਦ ਹੈ। ਜਿਹਦੇ ਅੰਮ੍ਰਿਤ ਪੀਤਾ ਹੋਇਆ, ਜਿਹਦੇ ਅੰਦਰ ਜ਼ਹਿਰ ਬਣ ਜਾਏ, ਉਸ ਬੰਦੇ ਦੀ ਨਾ ਕੋਈ ਦਵਾਈ ਹੈ ਨਾ ਕੋਈ ਵੈਦ ਹੈ, ਉਹਦਾ ਕੋਈ ਇਲਾਜ ਨਹੀਂ ਕਰ ਸਕਦਾ। ਫਿਰ ਇਸ ਕਰਕੇ ਕਹਿੰਦੇ ਆ, ਇਸ ਕਰਕੇ ਨੀਤੀ ਕਹਿ ਰਹੀ ਆ, ਜਨ ਪਾਤਰ ਕੁਪਾਤਰ ਕੋ ਸੋਧ ਕੇ ਬੋਧ ਕਰੇ। ਇਸ ਕਰਕੇ ਜਿਹੜਾ ਕਹਿੰਦੇ ਆ ਬੁੱਧੀਮਾਨ, ਥੱਲੇ ਅਰਥ ਲਗਾਵਾਂਗੇ ਨਾ, ਬੁੱਧੀਮਾਨ ਜੋ ਵਿਦਵਾਨ ਪੁਰਸ਼ ਹੈ ਉਹ ਕੀ ਕਰੇ? ਪਾਤਰ ਕੁਪਾਤਰ ਜਨ, ਠੀਕ ਹੈ, ਅਧਿਕਾਰੀ ਅਨਧਿਕਾਰੀ, ਜਨ ਮਤਲਬ ਪੁਰਸ਼। ਜਿਹੜਾ ਬੁੱਧੀਮਾਨ ਵਿਦਵਾਨ ਪੁਰਸ਼ ਹੈ ਨਾ, ਸ੍ਰੇਸ਼ਟ ਜਿਹੜਾ ਸਮਝਦਾ ਆ, ਉਹ ਕਹਿੰਦੇ ਆ ਵੀ ਸੋਧ ਕੇ ਬੋਧ ਕਰੇ। ਉਹ ਪਾਤਰ ਤੇ ਕੁਪਾਤਰ ਦਾ ਵਿਚਾਰ ਕਰਕੇ ਵਿਦਿਆ ਪੜ੍ਹਾਵੇ, ਵਿਦਿਆ ਨਾ ਪੜ੍ਹਾਵੇ। ਸੋਧ ਦਾ ਅਰਥ ਕੀ ਹੈ? ਵਿਚਾਰ ਕਰਕੇ। ਕਿਸ ਚੀਜ਼ ਦਾ ਵਿਚਾਰ ਕਰਕੇ? ਪਾਤਰ ਕੁਪਾਤਰ, ਪਾਤਰਤਾ ਕੁਪਾਤਰਤਾ ਦੋਨਾਂ ਦਾ ਵਿਚਾਰ ਕਰਕੇ। ਫਿਰ ਕਹਿੰਦੇ ਬੋਧ ਕਰੇ, ਬੋਧ ਦਾ ਅਰਥ ਹੈ ਪੜ੍ਹਾਵੇ, ਬ੍ਰਹਮ ਵਿਦਿਆ ਉਹਨੂੰ ਦੇਵੇ। ਬੁੱਧੀਮਾਨ ਜੋ ਪੁਰਸ਼ ਆ, ਬੋਧ ਪ੍ਰਕਾਸ਼ੇ, ਉਸ ਦੇ ਅੰਦਰ ਬੋਧ ਦਾ ਪ੍ਰਕਾਸ਼ ਕਰੇ। ਸਮਝ ਗਏ? ਉਹਦੇ ਅੰਦਰ ਇਹ ਕਿਵੇਂ ਪਤਾ ਲੱਗਦਾ? ਲੱਗ ਜਾਂਦਾ ਆ, ਆਪਣੇ ਆਪ ਪਤਾ ਲੱਗ ਜਾਂਦਾ ਕਿ ਕੌਣ ਬੰਦਾ ਪਾਤਰ ਹੈ, ਕੌਣ ਕੁਪਾਤਰ ਹੈ। ਉਹਦੀ ਨਾ ਅੰਦਰ ਦੀ ਭਾਵਨਾ ਦਾ, ਬਿਰਤੀ ਤੋਂ ਪਤਾ ਲੱਗ ਜਾਂਦਾ, ਬਿਰਤੀ ਤੋਂ ਪਤਾ ਲੱਗ ਜਾਂਦਾ। ਪਾਤਰ ਜੋ ਹੈ ਉਹ ਹੀ ਕੁਛ ਗ੍ਰਹਿਣ ਕਰ ਪਾਏਗਾ, ਕੁਪਾਤਰ ਤੇ ਤਾਂ ਗ੍ਰਹਿਣ ਵੀ ਨਹੀਂ ਹੁੰਦਾ। ਉਹਦਾ ਜੇ ਗ੍ਰਹਿਣ ਕਰ ਵੀ ਲੈਂਦਾ ਹੈ ਤੇ ਗ੍ਰਹਿਣ ਕੀਤਾ ਹੋਇਆ ਉਹ ਤਾਂ ਕਹਿੰਦੇ ਉਹਦਾ ਜ਼ਹਿਰ ਵਰਗਾ ਹੋ ਜਾਂਦਾ। ਉਹ ਕਰੇਗਾ ਕੀ? ਉਹਨੇ ਜਿਹਦੇ ਕੋਲ ਲਿਆ ਉਹਨੂੰ ਪਹਿਲਾਂ ਲਲਕਾਰੇਗਾ। ਕਮਲ ਜੀ ਸਮਝ ਗਏ? ਜਿਹਦੇ ਕੋਲ ਉਹਨੇ ਪੜ੍ਹਿਆ ਗੁਰੂ ਕੋਲ ਪਹਿਲਾਂ ਤਾਂ ਉਹਨੂੰ ਲਲਕਾਰੇਗਾ। ਪੰਡਤ ਪ੍ਰੇਮ ਸਿੰਘ ਵਿਦਵਾਨਾ ਭਾਉਂਦਾ ਫਿਰੇ ਨਾ ਮਿਲੇ ਟਿਕਾਣਾ, ਸੰਤਾਂ ਨੇ ਲਿਖਿਆ ਗੁਰਮਤਿ ਪ੍ਰਕਾਸ਼ 'ਚ। ਸੰਤਾਂ ਨੇ ਆਪਣੇ ਗੁਰਮਤਿ ਪ੍ਰਕਾਸ਼ 'ਚ ਲਿਖਿਆ, ਸੰਤ ਗੁਰਬਚਨ ਸਿੰਘ ਮਹਾਰਾਜ ਨੇ। ਪੰਡਤ ਪ੍ਰੇਮ ਸਿੰਘ ਵਿਦਵਾਨਾ ਭਾਉਂਦਾ ਫਿਰੇ ਨਾ ਮਿਲੇ ਟਿਕਾਣਾ, ਉਹਨਾਂ ਹਰੇਕ ਵਿਦਿਆਰਥੀ ਦਾ ਨਾਂ ਲਿਖਿਆ ਵਿੱਚ ਵੀ ਇਹ ਵਿਦਿਆਰਥੀ ਇਹ ਕਰਦਾ ਹੈ ਕਵਿਤਾ 'ਚ। ਅਤੇ ਪੰਡਤ ਪ੍ਰੇਮ ਸਿੰਘ ਮਹਾਰਾਜ ਜਿਹੜੇ ਸੀ ਉਹ ਸੰਤਾਂ ਦੇ ਵਿਦਿਆਰਥੀ, ਉਹ ਕਾਸ਼ੀ ਮੇਰੇ ਕੋਲ ਪੜ੍ਹ ਕੇ ਆ ਗਏ, ਕਾਸ਼ੀ ਪੜ੍ਹਨ ਗਏ ਸੀ। ਜਦੋਂ ਕਾਸ਼ੀ ਤੋਂ ਪੜ੍ਹ ਕੇ ਆਏ ਸੰਤਾਂ ਕੋਲ, ਤਾਂ ਸੰਤਾਂ ਨੂੰ ਕਹਿੰਦੇ ਵੀ ਮੈਂ ਤੁਹਾਡੇ ਨਾਲ ਸ਼ਾਸਤਰਾਰਥ ਕਰਨਾ, ਆਹ ਫਲਾਣਾ ਸੋਈਆ ਆ, ਇਹਦਾ ਅਰਥ ਸੁਣਾਓ। ਉਹ ਕਹਿੰਦੇ ਜਿਵੇਂ ਉਹ ਗਿਆਨੀ ਸੀ, ਕਹਿੰਦੇ ਨਾ ਇੰਦਰਜੀਤ ਸਿੰਘ ਵੀ ਤੂੰ ਸ਼ਾਸਤਰੀ ਆ ਅਤੇ ਅਸੀਂ ਤਾਂ ਜੱਟ ਬੂਟ ਆ। ਉਹ ਕਹਿੰਦੇ ਵੀ ਅਸੀਂ ਭਾਈ ਆਮ ਆਦਮੀ ਆ, ਤੂੰ ਹੁਣ ਕਾਸ਼ੀ ਤੋਂ ਪੜ੍ਹ ਕੇ ਆਇਆ, ਪੰਡਤ ਜੀ ਤੁਸੀਂ ਦੱਸ ਦਿਓ ਵੀ ਤੁਸੀਂ ਦੱਸ ਦਿਓ। ਉਹ ਕਹਿੰਦਾ ਵੀ ਮੈਂ ਨਹੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ। ਉਹ ਕਹਿੰਦੇ ਇੱਕ ਹੀ ਗੱਲ ਹੈ ਵੀ ਅਸੀਂ ਤਾਂ ਜਾਣਦੇ ਨਹੀਂ, ਅਸੀਂ ਤਾਂ ਮਤਲਬ ਇੱਧਰ ਦੇ ਸਿੱਧੇ ਸਾਦੇ ਆਦਮੀ ਆ, ਹੁਣ ਤੁਸੀਂ ਕਾਸ਼ੀ ਤੋਂ ਪੜ੍ਹ ਕੇ ਆਏ ਪੰਡਤ ਜੀ, ਤੁਸੀਂ ਦੱਸ ਦਿਓ। ਕਾਫੀ ਦੇਰ ਲੱਗਾ ਰਿਹਾ, ਫਿਰ ਉਹ ਕਹਿੰਦਾ ਵੀ ਜੇ ਮੇਰੇ ਤੋਂ ਪੁੱਛਣਾ ਤਾਂ ਮੈਨੂੰ ਗੁਰੂ ਧਾਰਨ ਕਰਨਾ ਪਊ। ਉਹ ਕਹਿੰਦੇ 7 ਬਚਨ ਸੰਤ ਕਹਿੰਦੇ ਗੁਰੂ ਧਾਰਨ ਕਰ ਲੈਂਦੇ ਆ।
ਕਹਿੰਦਾ ਵੇ ਗੁਰੂ ਧਾਰਨ ਕਰਨ ਦੀ ਦਕਸ਼ਨਾ ਵੀ ਦੇਣੀ ਪੈਂਦੀ ਹੈ। ਕਹਿੰਦੇ ਦਕਸ਼ਨਾ ਵੀ ਦੇ ਦਾਂਗੇ। ਯਾਨੀ ਉਹ ਉਹਨਾਂ ਨਾਲ ਜਿੱਦ ਪਿਆ ਤੇ ਸੰਤ ਫਿਰ ਸੰਤਾਂ ਨੇ ਸੁਭਾਵਕ ਕਿਹਾ, ਇਹ ਪੰਡਤ ਪ੍ਰੇਮ ਸਿੰਘ ਵਿਦਵਾਨਾ ਭਾਉਂਦਾ ਫਿਰ ਇਹਨਾਂ ਮਿਲੇ ਟਿਕਾਣਾ। ਮਤਲਬ ਨਿਕਲ ਗਿਆ ਉਹਨਾਂ ਦਾ। ਫਿਰ ਸਾਰੀ ਜ਼ਿੰਦਗੀ ਭਾਉਂਦਾ ਹੀ ਰਿਹਾ ਮਹਾਰਾਜ, ਟਿਕਿਆ ਨਹੀਂ। ਦੇਖਿਆ ਸਾਰਿਆਂ ਨੇ ਰੰਧਾਵੇ ਵਾਲੇ ਮਹਾਰਾਜ ਜੀ ਵੀ ਦੱਸਦੇ ਵੀ ਸਾਡੇ ਕੋਲ ਵੀ ਆਉਂਦਾ ਸੀ, 2 ਦਿਨ ਰਿਹਾ 3 ਦਿਨ ਰਿਹਾ, ਲੜਿਆ ਭੱਜ ਗਿਆ, 2 ਦਿਨ ਰਿਹਾ 3 ਦਿਨ ਲੜਿਆ ਭੱਜ ਗਿਆ। ਪੰਡਤ ਪ੍ਰੇਮ ਸਿੰਘ ਆਉਂਦਾ ਭਾਉਂਦਾ ਫਿਰ ਇਹਨਾਂ ਮਿਲੇ ਟਿਕਾਣਾ। ਕਹਿਣ ਦਾ ਮਤਲਬ ਇਹ ਵੀ ਪਾਤਰ ਕੁਪਾਤਰ ਦਾ ਇਹ ਫਰਕ ਪੈਂਦਾ। ਵਿਦਿਆ ਤਾਂ ਪੜ੍ਹੀ ਸੀ ਉਹਨੇ, ਵਿਦਵਾਨ ਬਹੁਤ ਸੀ, ਹੈ ਕੋਈ ਕਮੀ ਨਹੀਂ, ਪਰ ਇੱਕ ਆਪਣੇ ਗੁਰੂ ਦੇ ਨਾਲ ਜਿੱਦ ਕਰ ਲਈ। ਪੜ੍ਹਾਉਂਦੇ ਵੀ ਜਿੱਥੇ ਰਹਿੰਦੇ ਸੀ, ਮਹੀਨਾ 2-2 3-3 ਮਹੀਨੇ ਵੀ ਰਹਿ ਜਾਣਾ, ਪੜ੍ਹਾਉਣਾ ਬਹੁਤ ਦੱਬ ਕੇ, ਪਰ ਉਹਦੇ ਬਾਅਦ ਫਿਰ ਮਾਰੋ ਚਾਟ ਹੋ ਜਾਣਾ, ਚਲੇ ਜਾਣਾ, ਕੋਈ ਨਾ ਕੋਈ ਬਹਾਨਾ ਬਣ ਜਾਣਾ, ਮੈਂ ਚੱਲਿਆ ਬਸ। ਇਹ ਹੋ ਗਿਆ ਭਈ ਪਾਤਰ ਤੇ ਕੁਪਾਤਰ ਨੂੰ ਦੇਖ ਕੇ ਵਿਦਿਆ ਪੜ੍ਹਾਉਣੀ ਚਾਹੀਦੀ ਹੈ ਵੀ ਇਹ ਵਿਦਿਆ ਦਾ ਅਧਿਕਾਰੀ ਹੈ ਜਾਂ ਨਹੀਂ। ਸੋਰਠਾ ਹੁਣ ਦੱਸ ਰਹੇ ਆ ਵੀ ਪੜ੍ਹਨ ਦੇ ਵਿੱਚ ਧਿਆਨ ਕਿੰਨਾ ਕੁ ਕਰਨਾ ਚਾਹੀਦਾ, ਕਿਸ ਸਮੇਂ ਵਿਦਿਆ ਪੜ੍ਹਨੀ ਚਾਹੀਦੀ, ਕਿਸ ਸਮੇਂ ਨਹੀਂ ਪੜ੍ਹਨੀ ਚਾਹੀਦੀ, ਜਾਂ ਪੜ੍ਹਦੇ ਸਮੇਂ ਵਿਦਿਆਰਥੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਜਿੰਨਾ ਚਿਰ ਪੜ੍ਹ ਰਿਹਾ ਵਿਦਿਆ ਉਹਨਾਂ ਚਿਰ ਉਹਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨੂੰ ਗ੍ਰਹਿਣ ਕਰਕੇ ਰੱਖਣੀਆਂ ਚਾਹੀਦੀਆਂ, ਕਿਹੜੀਆਂ ਛੱਡਣੀਆਂ ਚਾਹੀਦੀਆਂ ਪੜ੍ਹਦੇ ਸਮੇਂ। ਠੀਕ ਹੈ। ਮੈਥੁਨ ਸੈਨ ਆਹਾਰ ਸੋਰਠਾ ਮੈਥੁਨ ਸੈਨ ਆਹਾਰ ਪਾਠ ਸਮੇਂ ਤਿੰਨੋਂ ਤਜੇ। ਠੀਕ ਹੈ। ਇਹ ਹੁਣ ਕਹਿੰਦੇ ਆ ਵੀ ਪੜ੍ਹਦੇ ਸਮੇਂ, ਜਿਸ ਸਮੇਂ ਆਪਾਂ ਵਿਦਿਆ ਪੜ੍ਹ ਰਹੇ ਹਾਂ, ਵਿਦਿਆ ਦੇ ਪੀਰੀਅਡ ਵਿੱਚ ਚੱਲ ਰਹੇ ਹਾਂ, ਉਸ ਸਮੇਂ ਮੈਥੁਨ ਨੂੰ ਤਿਆਗ ਦੇਵੇ। ਗ੍ਰਸਥ ਬ੍ਰਹਮਚਾਰੀ ਰਹਿ ਕੇ ਵਿਦਿਆ ਪੜ੍ਹਨਾ, ਇਹਦਾ ਮਤਲਬ ਬ੍ਰਹਮਚਾਰੀ ਰਹਿ ਕੇ ਵਿਦਿਆ ਪੜ੍ਹਨਾ। ਜਾਂ ਹੁਣ ਮੰਨ ਲਓ ਜਿਸ ਸਮੇਂ ਆਪਾਂ ਇੱਥੇ ਪੜ੍ਹ ਰਹੇ ਹਾਂ ਕਲਾਸ ਵਿੱਚ, ਹਾਂ ਉਸ ਸਮੇਂ ਕੀ ਆ, ਮੈਥੁਨ ਤਿਆਗ, ਔਰ ਦੂਜਾ ਸੈਨ ਤਿਆਗ, ਸੌਣਾ ਤੇ ਆਹਾਰ ਖਾਣਾ ਜੀ। ਪੜ੍ਹਨ ਦੇ ਸਮੇਂ ਆਹਾਰ ਜਿਹੜਾ ਉਹਨੂੰ ਛੱਡ ਦੇਵੇ, ਭਾਵ ਉਹ ਸਾਰਾ ਕੁਝ ਛੱਡ ਕੇ ਜਿੱਥੇ ਪੜ੍ਹਾਈ ਹੋ ਰਹੀ ਉੱਥੇ ਪਹੁੰਚ ਜਾਏ। ਇਹ ਨਾ ਵੀ ਉੱਧਰੋਂ ਮਤਲਬ ਜਾਣ ਦਾ ਟਾਈਮ ਹੋਇਆ ਤਾਂ ਉੱਧਰੋਂ ਕਹੇ ਮੈਂ ਹੋਰ ਸੌਂ ਲਾਂ, ਜਾਂ ਕਹੇ ਮੈਂ ਹੋਰ ਥੋੜ੍ਹਾ ਭੋਜਨ ਜ਼ਿਆਦਾ ਖਾ ਲਾਂ, ਜਾਂ ਦੂਸਰੇ ਮਤਲਬ ਵਿਸ਼ੇ ਵਿਕਾਰਾਂ 'ਚ ਉਹਦਾ ਜੀਵਨ। ਇਹਦਾ ਮਤਲਬ ਇਹੋ ਹੀ ਹੈ। ਇਹ ਤਾਂ ਅਰਥ ਹੈ ਹੀ ਹੈ ਵੀ ਹਰ ਰੋਜ਼ ਕਲਾਸ ਦੇ ਸਮੇਂ ਇਹ ਚੀਜ਼ਾਂ ਛੱਡ ਦੇਵੇ। ਔਰ ਮੇਨ ਇਹ ਹੈ ਵੀ ਜਿੰਨਾ ਚਿਰ ਪੜ੍ਹ ਰਿਹਾ ਉਹ ਵਿਦਿਆ ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਘਟਾ ਦੇਵੇ, ਮੈਥੁਨ ਤੇ ਤਿਆਗ ਦੇਵੇ। ਅਲਪ ਆਹਾਰ ਥੋੜ੍ਹਾ, ਅਤੇ ਸੈਨ ਦਾ ਤਿਆਗ ਦਾ ਮਤਲਬ ਇਹ ਨਹੀਂ ਵੀ ਸੌਣਾ ਹੀ ਨਹੀਂ, ਨਿੰਦਾ ਥੋੜ੍ਹੀ, ਆਹਾਰ ਥੋੜ੍ਹਾ, ਔਰ ਮੈਥੁਨ ਵੀ ਤਿਆਗ। ਇਹ ਪਾਠ ਸਮੇਂ ਜਿਸ ਸਮੇਂ ਪੜ੍ਹਨਾ ਹੋਵੇ ਉਸ ਸਮੇਂ ਇਹ ਚੀਜ਼ਾਂ ਛੱਡ ਦੇਵੇ ਅਤੇ ਧਿਆਨ ਦੇ ਕਰਕੇ ਕਲਾਸ ਦੇ ਵਿੱਚ ਪੜ੍ਹੇ। ਫਿਰ ਪਾਠ ਸਹਿਤ ਪੁਨ ਚਾਰ ਤਜੈ ਸਾਂਝ ਮੈਂ ਧੀਰ ਜਨ। ਫਿਰ ਦੱਸਦੇ ਆ ਵੀ ਜਦੋਂ ਸੰਧਿਆ ਦਾ ਟਾਈਮ ਹੈ, ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਦੁਪਹਿਰੇ, ਜਦੋਂ ਵੀ ਸੰਧਿਆ ਦਾ ਟਾਈਮ ਹੈ ਉਦੋਂ ਕੀ ਕਰੇ, ਪਾਠ ਸਹਿਤ ਪੁਨ ਚਾਰ। ਕੀ ਕਰੇ, ਜਦੋਂ ਸੰਧਿਆ ਹੋ ਜਾਂਦੀ ਹੈ ਨਾ, ਸੰਧਿਆ ਦਾ ਟਾਈਮ ਹੋਵੇ, ਨਿਤਨੇਮ ਦਾ ਟਾਈਮ ਹੋਵੇ, ਉਦੋਂ ਕਹਿੰਦੇ ਆ ਵੀ ਪੜ੍ਹਨਾ ਵੀ ਅਤੇ ਇਹ ਤਿੰਨੇ ਚੀਜ਼ਾਂ ਨਾਲ ਸਾਰੀਆਂ ਛੱਡ ਕੇ ਨਿਤਨੇਮ ਕਰੇ। ਸਮਝ ਗਏ। ਮੈਥੁਨ ਸੈਨ ਆਹਾਰ ਤੇ ਨਾਲ ਪਾਠ ਦਾ ਅਰਥ ਕੀ ਆ, ਪੜ੍ਹਨਾ। ਪਾਠ ਸਹਿਤ ਪੜ੍ਹਨ ਦੇ ਸਹਿਤ, ਪੁੰਨ ਚਾਰ ਹੋ ਗਏ ਨਾ, ਤਿੰਨੋਂ ਅਤੇ ਚੌਥਾ ਪਾਠ। ਤਜੇ ਛੱਡ ਦੇਵੇ ਕਦੋਂ, ਸਾਂਝ ਮੈਂ, ਸਾਂਝ ਦਾ ਅਰਥ ਹੈ ਸੰਧਿਆ ਦੇ ਸਮੇਂ। ਸੰਧਿਆ ਦੇ ਸਮੇਂ ਪੜ੍ਹਨਾ ਵੀ ਛੱਡ ਕੇ ਇਹ ਤਿੰਨਾਂ ਚੀਜ਼ਾਂ ਛੱਡ ਕੇ ਨਿਤਨੇਮ ਕਰੇ। ਸੰਧਿਆ ਮਤਲਬ ਕੀ ਹੁੰਦਾ ਹੈ? ਸੰਧਿਆ ਦਾ ਅਰਥ ਇਹੀ ਆ ਜਦੋਂ ਆਪਾਂ ਅੰਮ੍ਰਿਤ, ਜਦੋਂ ਮਤਲਬ ਸੰਧਿਆ ਦਾ ਟਾਈਮ ਹੈ। ਸੰਧਿਆ ਕਿਹਨੂੰ ਕਹਿੰਦੇ ਆ? ਸ਼ਾਮਾਂ ਦਾ ਟਾਈਮ ਮੇਰੇ ਸਾਹਮਣੇ ਨਹੀਂ, ਉਹ ਆਪਣੀ ਬੋਲੀ 'ਚ ਸੰਧਿਆ ਦਾ ਸਮੇਂ ਮਤਲਬ ਸ਼ਾਮ ਦਾ ਹੈ। ਸੰਧਿਆ ਦਾ ਮਤਲਬ ਇਹ ਆ ਪੂਜਾ, ਸੰਧੀ। ਸੰਧਿਆ ਦਾ ਮਤਲਬ ਕੀ ਆ, ਜਦੋਂ ਹੁਣ ਸ਼ਾਮ ਨੂੰ ਸੂਰਜ ਛਿਪ ਰਿਹਾ ਆ ਅਤੇ ਰਾਤਰੀ ਪੈ ਰਹੀ ਆ, ਉਹਦੇ ਵਿਚਕਾਰ ਵਾਲਾ ਜਿਹੜਾ ਸਮਾਂ ਸੰਧੀ, ਉਹਨੂੰ ਕਹਿੰਦੇ ਸੰਧਿਆ। ਉਹਦੇ 'ਚ ਮਤਲਬ ਪਾਠ ਕਰੀਦਾ ਆ।
ਸੂਰਜ ਛਿਪ ਗਿਆ, ਰਾਤ ਅਜੇ ਪਈ ਨਹੀਂ, ਵਿੱਚ ਸਮੇਂ ਹੈ ਨਾ, ਜੀ ਉਹਨੂੰ ਕਹਿੰਦੇ ਸੰਧਿਆ। ਸਵੇਰੇ ਰਾਤਰੀ ਖਤਮ ਹੋਈ ਹੈ, ਸੂਰਜ ਅਜੇ ਚੜ੍ਹਿਆ ਨਹੀਂ, ਵਿੱਚ ਸਮੇਂ ਹੈ ਨਾ, ਉਹਨੂੰ ਕਹਿੰਦੇ ਸੰਧਿਆ। ਸੰਧਿਆ। ਸਮਝ ਗਏ? ਹਾਂਜੀ। ਦੁਪਹਿਰ ਨੂੰ, ਹੂੰ। ਦੁਪਹਿਰੇ ਜਦੋਂ 12 ਵਜਣ ਤੋਂ ਬਾਅਦ, ਮਤਲਬ ਸੂਰਜ ਜਿਹੜਾ ਨਾ ਮਧਿਆਨ ਦਾ ਸੂਰਜ ਕਹਿੰਦੇ ਉਹਨੂੰ, ਮਤਲਬ ਦੁਪਹਿਰ ਜਦੋਂ ਹੋਈ ਹੈ ਉਸ ਤੋਂ ਬਾਅਦ ਸ਼ਾਮਾਂ ਦਾ ਸਮਾਂ ਸ਼ੁਰੂ ਹੋ ਰਿਹਾ ਨਾ। ਪਹਿਲਾਂ ਸਵੇਰ ਦਾ ਸਮਾਂ ਚੱਲ ਰਿਹਾ, ਦੁਪਹਿਰ ਤੱਕ, ਜਿਵੇਂ 12 ਵਜੇ ਤੋਂ ਬਾਅਦ ਟਾਈਮ ਬਦਲਦਾ, ਬਦਲਦਾ ਕਿ ਨਹੀਂ, ਉਹ ਵੀ ਹੈ, ਉਹ ਵੀ ਸੰਧਿਆ ਦਾ ਟਾਈਮ ਹੈ। ਤ੍ਰੀ ਸੰਧਿਆ ਕਹਿੰਦੇ ਨਾ, 3 ਸੰਧਿਆ ਕਰਦੇ ਆ ਜਿਹੜੇ ਵਿਦਵਾਨ ਲੋਕ ਹੈ, 3 ਸਮੇਂ ਸੰਧਿਆ ਕਰਦੇ ਆ, ਸਵੇਰੇ, ਦੁਪਹਿਰੇ ਤੇ ਸ਼ਾਮ, ਉਹਨੂੰ ਕਹਿੰਦੇ ਸੰਧਿਆ। ਤੇ ਇਹ ਜੋ ਕਹਿੰਦੇ ਆ ਵੀ ਪਾਠ ਸਹਿਤ, ਵਿਦਿਆ ਪੜ੍ਹਨ ਦੇ ਸਹਿਤ, ਇਹ ਚਾਰੇ ਚੀਜ਼ਾਂ ਸੰਧਿਆ ਦੇ ਟਾਈਮ ਛੱਡ ਕੇ ਕੀ ਕਰੇ, ਸੰਧਿਆ ਕਰੇ। ਤੇ ਆਪਾਂ ਤਾਂ ਸੰਧਿਆ ਜਦੋਂ ਲੰਘਦੀ ਉਦੋਂ ਉੱਠਦੇ ਆ, रहरास का पाठ है ਆਪਾਂ ਸਵੇਰੇ ਸੰਧਿਆ ਲੰਘ ਜਾਂਦੀ ਉਦੋਂ ਉੱਠਦੇ ਆ, ਸ਼ਾਮ ਨੂੰ ਆਪਾਂ ਸੰਧਿਆ ਨੂੰ ਆਪਾਂ ਨੂੰ ਪਤਾ ਹੀ ਨਹੀਂ ਵੀ ਸੰਧਿਆ ਹੈਗੀ ਹੈ ਕਿ ਨਹੀਂ। ਸਮਝ ਗਏ ਨਾ? ਸ਼ਾਮ ਨੂੰ ਆਪਣਾ ਖਿਆਲ ਕਰ ਲਓ ਵੀ ਆਪਾਂ ਨੂੰ ਪਤਾ ਲੱਗਦਾ ਸ਼ਾਮ ਨੂੰ ਸੰਧਿਆ ਹੈਗੀ ਕਿ ਨਹੀਂ। ਜਿਹੜਾ ਬੰਦਾ ਅੰਦਰ ਪਾਠ ਕਰਨ ਲੱਗਿਆ ਉਹਦੀ ਤਾਂ ਮੈਨੂੰ ਦੂਜਾ ਸਮਝਦਾ ਵੀ ਇਹਦੇ ਤੇ ਡਿਊਟੀ ਹੈ, ਉਹਨੂੰ ਬਾਹਰ ਕੋਈ ਪਤਾ ਨਹੀਂ ਵੀ ਸੰਧਿਆ ਹੈਗੀ ਕਿ ਨਹੀਂ। ਸਮਝ ਗਏ? ਤਾਂ ਹੀ ਤੁਹਾਨੂੰ ਰੋਜ਼ ਕਹਿੰਦਾ ਵੀ ਉਸ ਸਮੇਂ ਬੰਦ ਕਰ ਦਿਓ ਸਾਰਾ ਕੁਛ ਤੇ ਸੰਧਿਆ ਸਮੇਂ। ਇਹ ਨਹੀਂ ਵੀ ਅੰਦਰ ਜਿਹੜਾ ਬੰਦਾ ਪਾਠ ਕਰ ਰਿਹਾ ਉਹਦੀ ਡਿਊਟੀ ਆ। ਆਪਾਂ ਸੰਧਿਆ ਕਿਹੜੀ ਕਰ ਰਹੇ ਹਾਂ? ਆਪਣਾ ਵੀ ਕੰਮ ਇੱਥੇ ਬੈਠੋ ਉਸ ਸਮੇਂ ਸੰਧਿਆ ਦੇ ਟਾਈਮ। ਸਵੇਰੇ ਵੀ ਇੱਥੇ ਮਤਲਬ 4 ਵਜੇ ਬੰਦਾ ਹਾਜ਼ਰ ਹੋਵੇ, ਸਾਰੇ ਹਾਜ਼ਰ ਹੋਣੇ ਨਹੀਂ, ਦੂਜਿਆਂ ਦੀ ਗੱਲ ਆ। ਫਿਰ ਤੇ ਆਪਾਂ ਪੜ੍ਹਨਾ ਹੈ, ਪੜ੍ਹਨ ਸਮੇਂ ਤਾਂ ਸਾਰੇ ਆ ਜਾਣਗੇ। ਆਹ ਬਚਨ ਆ, ਇਹ ਬਚਨ ਕਹਿੰਦਾ ਵੀ ਨਿਤਨੇਮ ਦੇ ਟਾਈਮ ਵਿਦਿਆਰਥੀ ਨਿਤਨੇਮ ਕਰੇ, ਵਿਦਿਆ ਛੱਡ ਕੇ, ਬਾਕੀ ਚੀਜ਼ਾਂ ਤਾਂ ਛੱਡਣੀਆਂ। ਨਿਤਨੇਮ ਕਰੇ, ਇਹ ਜੀਵਨ 'ਚ ਧਾਰਨ ਵਾਲੀ ਗੱਲ ਹੈ। ਠੀਕ ਹੈ? ਹੁਣ ਖਿਆਲ ਰੱਖੋ ਅੱਜ ਤੋਂ ਬਾਅਦ ਵੀ ਸੰਧਿਆ ਨਹੀਂ ਗਵਾਚਣੀ ਚਾਹੀਦੀ। ਸੰਧਿਆ ਉਸੇ ਬੰਦੇ ਦੀ ਨਹੀਂ ਜਿਹੜਾ ਉਹ ਸਮਝੇਗਾ ਮੇਰੀ ਡਿਊਟੀ ਹੈ, ਮੈਨੂੰ ਤਾਂ ਕਰਨਾ ਪੈਣਾ। ਦੂਸਰਾ ਕੱਲ੍ਹ ਨੂੰ ਅੰਦਰ ਹੋਊਗਾ ਤੇ ਉਹ ਕੱਲ੍ਹ ਨੂੰ ਬਾਹਰ ਹੋਏਗਾ, ਉਹ ਵੀ ਨਹੀਂ ਅੰਦਰ ਆਏਗਾ। ਇਹ ਤਾਂ ਜਿਹੜਾ ਸਮਝਦਾ ਵੀ ਮੈਂ ਸੰਧਿਆ ਕਰਨੀ ਆ, ਉਹਨੇ ਆਪਣੇ ਟਾਈਮ ਨਾਲ ਬੈਠ ਜਾਣਾ। ਸਾਰੇ ਜਣੇ ਬੈਠੋ, ਸਾਰੇ ਜਣੇ ਇੱਥੇ ਬੋਲ ਕੇ ਆਰਤੀ ਕਰੋ, ਸਾਰੇ ਜਣੇ ਬੈਠੋ। ਇੱਕ ਜਣਾ ਪਾਠ ਕਰੇ, ਦੂਜੇ ਪਾਠ ਸੁਣਨ, ਸਪੀਕਰ ਲਾ ਕੇ ਸੁਣੋ, ਨਾਲੇ ਤਾਂ ਸੁਧਾਈ ਹੋਵੇ, ਨਾਲੇ ਇਕਾਗਰਤਾ ਹੋਵੇ। ਬਾਹਰ ਥੋੜ੍ਹੀ ਇਕਾਗਰਤਾ ਬਣਦੀ। ਤਾਂ ਹੀ ਵਿਦਿਆਲਿਆਂ ਦੇ ਵਿੱਚ ਟਕਸਾਲਾਂ 'ਚ ਵਿਦਿਆਰਥੀਆਂ ਨੂੰ ਸੰਧਿਆ ਦੇ ਟਾਈਮ, ਸਵੇਰ ਦੇ ਟਾਈਮ ਸੰਧਿਆ ਜਿਹੜੀ ਆ ਉੱਥੇ ਬਿਠਾਇਆ ਜਾਂਦਾ ਅੰਦਰ, ਵੀ ਉੱਥੇ ਬੈਠੋ, ਵੀ ਇਹਨਾਂ ਦਾ ਸੁਭਾਅ ਬਣ ਜਾਏ। ਸੁਭਾਅ 'ਚ ਲਿਆਉਣੀਆਂ ਚੀਜ਼ਾਂ ਇਹ, ਕੇਵਲ ਪੜ੍ਹਨੀਆਂ ਨਹੀਂ, ਆਪਣੇ ਸੁਭਾਅ 'ਚ ਲਿਆਉਣੀਆਂ। ਸੁਭਾਅ ਦਾ ਅਰਥ ਕੀ ਹੈ? ਸਹਿਜ, ਜੋ ਆਪਾਂ ਜੈਸੇ ਆਪਣੀ ਸੁਭਾਅ 'ਚ ਆ ਗਿਆ ਆਪਣੇ ਸਵਾਸ ਲੈਣਾ, ਉਹਦੇ ਵਿੱਚ ਆਪਾਂ ਧਿਆਨ ਕਰਦੇ ਹਾਂ ਵੀ ਸਵਾਸ ਲੈਣਾ ਜਾਂ ਨਹੀਂ। ਜਿਹੜਾ ਆਪਾਂ ਸਾਹ ਲੈ ਰਹੇ ਹਾਂ, ਆਪੇ ਆਈ ਜਾਂਦੇ ਧਿਆਨ। ਸੁਭਾਅ 'ਚ ਆ ਗਿਆ ਨਾ, ਸੁਭਾਅ 'ਚ ਚੱਲ ਇਹਨੂੰ ਸੁਭਾਅ ਕਹਿੰਦੇ ਆ। ਅਨਾਸ ਚੱਲੀ ਜਾਂਦਾ ਆ, ਉਹ ਜਿਹੜੀ ਸੰਧਿਆ ਉਹ ਵੀ ਸੁਭਾਅ 'ਚ ਆ ਜਾਏ। ਮੁਸਲਮਾਨਾਂ ਨੂੰ ਦੇਖੋ, ਜਦੋਂ ਉਹਨਾਂ ਦਾ ਟਾਈਮ ਹੋ ਜਾਂਦਾ, ਜਿੱਥੇ ਮਰਜ਼ੀ ਹੋਣ, ਭਾਵੇਂ ਜਿੱਥੇ ਮਰਜ਼ੀ ਹੋਣ, ਹਿਸਾਬ ਲਾ ਲਿਓ ਤੁਸੀਂ, ਦੁਕਾਨ 'ਤੇ ਹੋਣ, ਰੋਡ 'ਤੇ ਹੋਣ, ਟ੍ਰੇਨ 'ਚ ਹੋਣ, ਜਹਾਜ਼ 'ਚ ਹੋਣ, ਖੇਤੀ 'ਚ ਹੋਣ, ਘਰ ਹੋਣ, ਕਿਤੇ ਵੀ ਹੋਣ, ਜਦੋਂ ਨਮਾਜ਼ ਦਾ ਟਾਈਮ ਹੈਗਾ ਉੱਥੇ ਹੀ ਮਸੱਲਾ ਉੱਤੇ ਰੱਖ ਦੇ, ਮੋਢੇ ਦਿਓ। ਮਸੱਲਾ ਜਿਹੜਾ ਥੱਲੇ ਵਿਛਾਉਂਦੇ ਆ ਉਹਨਾਂ ਦੇ ਕੋਲ ਹੁੰਦਾ ਸਦਾ ਹੀ, ਜਿੱਥੇ ਟਾਈਮ ਹੈਗਾ ਉੱਥੇ ਵਿਛਾ ਲੈਣਾ। ਰੋਡ 'ਤੇ ਜਾਂਦੇ ਤਾਂ ਸਕੂਟਰ ਖੜਾ ਕਰਕੇ ਉੱਥੇ ਵਿਛਾ ਲੈਣਾ। ਇਹ ਵੀ ਦੇਖ ਲਓ। ਟ੍ਰੇਨ 'ਚ ਜਾਂਦੇ ਤਾਂ ਉਸੇ ਸਮੇਂ ਸੀਟ ਦੇ ਉੱਤੇ ਵਿਛਾ ਕੇ ਉਹਨਾਂ ਗੋਡੇ ਮੂਧੇ ਮਾਰ ਲੈਣੇ। ਜਹਾਜ਼ 'ਚ ਜਾਂਦੇ ਤਾਂ ਵੀ ਹੁੰਦਾ ਮਾਰੇ 15 ਮਿੰਟ ਦਾ ਨਾ ਉਹਨਾਂ ਦਾ, ਕਿੰਨਾ ਵੀ ਹੋਵੇ, ਜਿੰਨਾ ਵੀ ਹੋਵੇ, ਮਤਲਬ ਕਹਿਣ ਦਾ ਇਹ ਵੀ ਉਹਨਾਂ ਦੀ ਤੁਸੀਂ ਇਹ ਦੇਖੋ ਵੀ ਉਹ ਕਿੰਨੇ ਪੱਕੇ ਆ। ਕਿਤੇ ਵੀ ਹੁਣ ਉੱਥੇ ਵਿਛਾ ਲੈਂਦੇ ਆ, ਬਹਿ ਜਾਂਦੇ ਆ। ਅਸੀਂ ਕਿੰਨੇ ਕੁ ਪੱਕੇ ਆ ਸੰਧਿਆ ਦੇ? ਅਸੀਂ ਤਾਂ ਕਿਤੇ ਮੌਕਾ ਹੋਵੇ, ਜਿਵੇਂ ਡੇਰੇ 'ਚ ਰਹਿ ਰਹੇ ਜਾਂ ਕਿਤੇ ਹੋ ਰਿਹਾ, ਉੱਥੇ ਹੀ ਕਰਦੇ ਹਾਂ। ਜਦੋਂ ਅਸੀਂ ਬਾਹਰ ਜਾਂਦੇ ਹਾਂ, ਕਿਤੇ ਵਿਆਹ ਗਏ ਜਾਂ ਕਿਸੇ ਦੇ ਘਰੇ ਗਏ, ਉੱਥੇ ਕਿੰਨਾ ਖਿਆਲ ਹੁੰਦਾ ਵੀ ਨਿਤਨੇਮ ਵੀ ਕਰਨਾ। ਘਰੇ ਕਿੰਨਾ ਕੁ ਟਾਈਮ ਕੋਈ ਖਿਆਲ ਰੱਖਦਾ ਵੀ ਕਿੰਨਾ ਕਰਨਾ। ਮਤਲਬ ਤੇ ਪੱਕਾ, ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ ਵੀ ਨਿਤਨੇਮ ਕਰ। ਆਪਣੇ ਨੂੰ ਖਿਆਲ ਹੋਵੇ ਵੀ ਹਾਂ ਇਹ ਸਮਾਂ ਹੋ ਗਿਆ, ਬਸ ਹੋਰ ਕੋਈ ਕੰਮ ਨਹੀਂ ਕਰਨਾ, ਛੱਡ ਕੇ ਉਹ ਪਾਸੇ। ਹਾਂਜੀ, दूसरी संध्या में कौन सा पाठ करते हो? संध्या तो वही करनी है, पाठ तो वही करना, तीनों समय वही करना जो बतलाया जाता है। हम जो भी है शाम को, जिमें शाम रहरास कीर्तन सोला, सवेरे मतलब 5 बाणियाँ, दोपहर ਨੂੰ ਸੁਖਮਨੀ ਸਾਹਿਬ ਪੜ੍ਹ ਲਓ, ਆਸਾ ਦੀ ਵਾਰ ਪੜ੍ਹ ਲਓ, ਹੋਰ ਬਾਣੀ ਪੜ੍ਹ ਲਓ, ਜੋ ਵੀ ਪੜ੍ਹਨਾ ਪੜ੍ਹ ਲਓ, ਕੋਈ ਪ੍ਰੋਬਲਮ ਥੋੜ੍ਹੀ ਹੈ। ਦੋਹਰਾ ਹੁਣ ਦੱਸ ਰਿਹਾ,
ਸੁਖੀ ਵਿਆਧੀ ਆਲਸੀ ਕੁਮਤ ਰਸਕ ਬਹੁ ਸੋਏ ਤਿਨ ਅਧਿਕਾਰ ਨਾ ਸ਼ਾਸਤਰ ਕੋ ਖਟ ਦੋਖੀ ਜਨ ਸੋਏ। ਕਿਹੜਾ ਵਿਦਿਆਰਥੀ ਹੈ, ਕਿਹੜਾ ਅਧਿਕਾਰੀ ਹੈ, ਕਿਹੜਾ ਨਹੀਂ ਅਧਿਕਾਰੀ। ਠੀਕ ਹੈ, ਦੱਸ ਰਿਹਾ ਵੀ ਜੇ ਤੁਹਾਡੇ ਕੋਲ ਇਹ ਚੀਜ਼ਾਂ ਆ ਤਾਂ ਤੁਸੀਂ ਸਮਝੋ ਵੀ ਅਸੀਂ ਵਿੱਦਿਆ ਨਹੀਂ ਪੜ੍ਹ ਸਕਦੇ। ਵਿੱਦਿਆ ਪੜ੍ਹਨੀ ਕਿਹਨੂੰ ਚਾਹੀਦੀ ਹੈ ਇਹ ਦੱਸ ਰਿਹਾ, ਕਿਹਨੂੰ ਵਿੱਦਿਆ ਪੜ੍ਹਨੀ ਚਾਹੀਦੀ ਹੈ, ਕਿਹਨੂੰ ਨਹੀਂ ਪੜ੍ਹਨੀ ਚਾਹੀਦੀ। ਸੁਖੀ ਜਿਹੜਾ ਸੁੱਖ ਭਾਲਦਾ ਹੈ ਨਾ ਸਦਾ ਹੀ ਵੀ ਮੈਨੂੰ ਕਿਸੇ ਪ੍ਰਕਾਰ ਦਾ ਕਸ਼ਟ ਨਾ ਹੋਵੇ, ਮੈਂ ਆਨੰਦ 'ਚ ਰਵਾਂ, ਉਹ ਵਿੱਦਿਆ ਨਹੀਂ ਪੜ੍ਹ ਸਕਦਾ। ਉਹ ਪੜ੍ਹੇ ਹੀ ਨਾ, ਕਹਿੰਦੇ ਉਹ ਵਿੱਦਿਆ ਪੜ੍ਹੇ ਹੀ ਨਾ। ਫਿਰ ਜੇ ਉਹਨੇ ਆਨੰਦ ਲੈਣਾ, ਸੁਖੀ ਰਹਿਣਾ, ਉਹਨੂੰ ਵਿੱਦਿਆ ਪੜ੍ਹਨ ਦਾ ਅਧਿਕਾਰ ਨਹੀਂ ਹੈ। ਤੇ ਇਹ ਅਧਿਕਾਰ ਨਾ ਸ਼ਾਸਤਰ ਕੋ। ਠੀਕ ਹੈ, ਤਿੰਨ ਅਧਿਕਾਰ ਇੱਥੋਂ ਚੁੱਕਣਾ ਅਰਥ। ਉਹਨੂੰ ਸ਼ਾਸਤਰ ਪੜ੍ਹਨ ਦਾ ਅਧਿਕਾਰ ਨਹੀਂ ਹੈ। ਕਿਹਨੂੰ? ਸੁਖੀ ਪਹਿਲਾ ਨੰਬਰ। ਠੀਕ ਹੈ, ਵਿਦਿਆਰਥੀ ਨਾ ਕੁਤੋ ਸੁਖਾਰਥੀ ਨਾ ਕੁਤੋ ਵਿਦਿਆ, ਵਿਦਿਆਰਥੀ ਨਾ ਕੁਤੋ ਸੁਖਮ ਨਿਯਮ ਹੈ। ਸੁਖਾਰਥੀ ਨਾ ਕੁਤੋ ਵਿਦਿਆ, ਵਿਦਿਆਰਥੀ ਨਾ ਕੁਤੋ ਸੁਖਮ। ਸੁਖਾਰਥੀ ਨੂੰ ਵਿੱਦਿਆ ਨਹੀਂ ਆਉਂਦੀ, ਵਿਦਿਆਰਥੀ ਨੂੰ ਸੁੱਖ ਨਹੀਂ ਮਿਲਦਾ। ਸਮਝ ਗਏ? ਜਿੰਨਾ ਚਿਰ ਉਹ ਪੜ੍ਹਦਾ ਹੈ। ਸੁਖਾਰਥੀ ਨਾ ਕੁਤੋ ਵਿਦਿਆ, ਸੁਖਾਰਥੀ ਨੂੰ ਵਿੱਦਿਆ ਨਹੀਂ ਆਉਂਦੀ। ਵਿਦਿਆਰਥੀ ਨਾ ਕੁਤੋ ਸੁਖਾ, ਉਹਨੂੰ ਸੁੱਖ ਨਹੀਂ ਮਿਲਦਾ। ਉਹਨਾਂ ਚਿਰ ਉਹ ਕਹੇ ਮੈਂ ਵਿੱਦਿਆ ਵੀ ਪੜ੍ਹ ਲਾਂ ਤਾਂ ਮੈਂ ਆਨੰਦ 'ਚ ਹੀ ਰਹਾਂ, ਹੋ ਨਹੀਂ ਸਕਦਾ। ਉਹਨੂੰ ਕਸ਼ਟ ਝੱਲਣਾ ਹੀ ਪੈਣਾ। ਅਸੀਂ ਪੜ੍ਹਨ ਜਾਂਦੇ ਹੁੰਦੇ ਨਾ ਗੁਰੂ ਜੀ ਦੇ ਕੋਲ, ਉਹਨਾਂ ਦੇ ਡੈਕਸ 'ਤੇ ਲਿਖਿਆ ਹੁੰਦਾ ਸੀ ਸਾਹਮਣੇ, ਵਿਦਿਆਰਥੀ ਨਾ ਕੁਤੋ ਸੁਖਾ, ਵਿਦਿਆਰਥੀ ਨਾ ਕੁਤੋ, ਐਂ ਲਿਖਿਆ ਹੁੰਦਾ ਸੀ ਸਾਹਮਣੇ। ਉਹ ਛਪੇ ਨਹੀਂ ਹੁੰਦੇ ਪੋਸਟਰ ਜਿਹੜੇ, ਉਹਨਾਂ ਦੇ ਡੈਕਸ 'ਤੇ ਸਾਹਮਣੇ ਲੱਗਾ ਹੁੰਦਾ ਸੀ ਉਹਨਾਂ ਦੇ। ਹੈਂ, ਸੁਖਾਰਥੀ ਨਾ ਕੁਤੋ ਵਿਦਿਆ, ਵਿਦਿਆਰਥੀ ਨਾ ਕੁਤੋ ਸੁਖਮ। ਪਹਿਲਾਂ ਪੜ੍ਹੋ ਆ ਕੇ ਸਿੱਧਾ, ਉਹਨਾਂ ਨਾਲ ਚਿਪਕਾਇਆ ਹੁੰਦਾ ਸੀ। तो पहले पढ़ो इसको, क्या लिखा है? सुखार्थी ने कुतो विद्या, विद्यार्थी ने कुतो सुखम। कितने बजे आए हो? सीधा कहते कितना समय हुआ देखो, कितने बजे आए हो? 2 मिनट भी ज़्यादा हो जाए, 2 मिनट भी, 2 बजे साढ़ा पाठ चलता है। कहते समय कितना हुआ है? गुरु जी 5 मिनट हुए। कहते जाओ कल को आना। यही मतलब जे 10 मिनट पहला चले गए, कहते समय कितना है? गुरु जी 10 मिनट है। कहते कल को आना। पूरा टाइम मारे, पूरे 2 बजे अंदर जाना, पूरे 2 बजे। असी 10 मिनट पहला आके बाहर दरवाजे 'च खड़े रहना भी लेट भी ना हो जाइए। बाहर खड़े रहना, दरवाज़ा नहीं खुलेगा ना, चल दरवाज़ा उस समय खुलेगा। ये है इनू कहते हैं, कहते कोई मतलब नहीं। 15 मिनट का समय तो 15 मिनट का ही समय, सिर्फ 15 मिनट पढ़ाते थे महाराज। ये भी बात है, 15 मिनट ये देख लो तुम, 15 मिनट पढ़ाना उन्होंने। 15 मिनट जी कितना पढ़ा जाता? सिर्फ 15 मिनट। लघु कौम का एको ही सूत्र, एको ही सूत्र रोज़ पढ़ाना। हाँ जी, बड़े महाराज जी थे नहीं, उत्थे बनारस मतलब गुरु जी महाराज ही एको ही सूत्र पढ़ाना है। जे इतों का अजकल का विद्यार्थी होंगे भज जाता महाराज भी एक ही सूत्र रोज़। उन्होंने को लगातार 4 साल गए हैं, लगातार एको ही सूत्र, कोई गिला ही नहीं, सानू कोई गिला नहीं। ठीक है जिवें है, ठीक है। अहीं भी वेले, गुरु जी वेले, कोई मतलब तो है नहीं। अहीं कि न्याणे खिडौने जा गए, अहीं वेले गुरु जी कोई बात नहीं। कहते हम भी खाली हैं लेकिन पढ़ाएंगे इतना ही। समझ गए? ਇਹ ਇਹਨੂੰ ਕਹਿੰਦੇ ਆ ਜਦੋਂ ਕਿਤੇ ਕਿਸੇ ਦੀ ਵਿੱਦਿਆ, ਕਿਸੇ ਦਾ ਆਗਿਆ ਪਾਲਣ ਕੀਤੀ ਹੋਵੇ ਨਾ, ਫਿਰ ਮਿਲਦਾ। ਫਿਰ 20 ਮਿੰਟ ਪੜ੍ਹਾਉਣ ਲੱਗ ਗਏ, ਫਿਰ ਅੱਧਾ ਘੰਟਾ ਪੜ੍ਹਾਉਣ ਲੱਗ ਗਏ, ਅੱਧਾ ਘੰਟਾ ਪੜ੍ਹਾਉਣ ਲੱਗ ਗਏ। ਸਾਨੂੰ ਅੱਧਾ ਘੰਟਾ ਪੜ੍ਹਾਉਂਦੇ ਸੀ। ਫਿਰ ਜਦੋਂ ਕਿਤੇ ਮਤਲਬ ਉਹਨਾਂ ਛੁੱਟੀ ਵਾਲਾ ਦਿਨ ਹੋਣਾ ਜਾਂ ਕੋਈ ਪਰਬ ਹੋਣਾ, ਉਹਨਾਂ ਕੋਲ ਜਾਣਾ, ਮੱਥਾ ਟੇਕਣ ਜਾਣਾ, ਮਾਲਾ ਲੈ ਕੇ ਜਾਣਾ, ਅਤੇ ਇੰਨੇ ਪ੍ਰਸੰਨ ਹੁੰਦੇ ਸੀ ਨਾ ਮਹਾਰਾਜ। ਇਹ ਦੋਵਾਂ ਹੱਥਾਂ ਨਾਲ ਆਸ਼ੀਰਵਾਦ ਦਿੰਦੇ ਸੀ। ਐਂ ਕਹਿੰਦੇ ਜਸਸਵੀ ਭਵ, ਐਂ ਕਹਿੰਦੇ ਸੀ ਜਦੋਂ ਜਾਈਏ ਨਾ, ਕਹਿੰਦੇ ਜਸਸਵੀ ਭਵ, ਐ ਕਰਦੇ ਭਾਵ ਤੁਸੀਂ ਜਸਸਵੀ ਹੋ, ਤੁਹਾਡਾ ਪ੍ਰਤਾਪ ਹੋਵੇ, ਐ ਕਹਿੰਦੇ ਸੀ ਮਹਾਰਾਜ। ਮਾਲਾ ਗਲੇ 'ਚ ਪਾਓ ਤੇ ਤੁਰੰਤ ਹੀ ਲਾ ਕੇ ਸਾਨੂੰ ਪਾ ਦਿੰਦੇ ਸੀ। ਕਹਿੰਦੇ ਹਮ ਅਤੀ ਪ੍ਰਸੰਨ ਹੈ ਆਪਕੇ ਉੱਪਰ, ਕੁਛ ਨਹੀਂ ਚਾਹੀਏ। ਇਸ ਤਰ੍ਹਾਂ ਦੇ ਮਤਲਬ ਹੁੰਦਾ ਆ ਜਦੋਂ ਕੋਈ ਅਧਿਕਾਰੀ ਬਣ ਕੇ ਵਿੱਦਿਆ ਪੜ੍ਹੇ। ਸੁਖੀ ਕਹਿਣ ਦਾ ਮਤਲਬ ਹੈ ਸੁਖੀ ਜਿਹੜਾ ਆਦਮੀ ਸੁੱਖ ਭਾਲਦਾ ਆ, ਉਹ ਵਿੱਦਿਆ ਦਾ ਅਧਿਕਾਰੀ ਨਹੀਂ, ਉਹ ਵਿੱਦਿਆ ਨਾ ਪੜ੍ਹੇ। ਵਿਆਧੀ ਜਿਹੜਾ ਬਿਮਾਰ ਹੈ, ਰੋਗੀ ਹੈ,
ਜਿਹਦਾ ਸਰੀਰ ਨਹੀਂ ਠੀਕ ਉਹ ਵਿੱਦਿਆ ਨਹੀਂ ਪੜ੍ਹ ਸਕਦਾ। ਉਹ ਵਿੱਦਿਆ ਨਾ ਪੜ੍ਹੇ, ਪੜ੍ਹ ਸਕਦਾ ਕਿ ਪੜ੍ਹੇ ਹੀ ਨਾ, ਸ਼ੁਰੂ ਹੀ ਨਾ ਕਰੇ। ਉਹਨੂੰ ਪਤਾ ਵੀ ਮੇਰਾ ਸਰੀਰ ਨਹੀਂ ਠੀਕ। ਆਲਸੀ, ਜਿਹਨੂੰ ਆਵਾਜ਼ ਮਾਰ ਮਾਰ ਕੇ ਉਠਾਉਣਾ ਪਵੇ, ਜਿਵੇਂ ਸਵੇਰੇ ਥੱਲੇ ਆਵਾਜ਼ਾਂ ਜਾਂਦੀਆਂ, ਪਤਾ ਜਾਂਦੀਆਂ ਕਿ ਨਹੀਂ ਆਵਾਜ਼ਾਂ? ਤੁਹਾਨੂੰ ਸੁਣਦੀਆਂ ਹੁਣ ਜਾਂ ਨਹੀਂ, ਮੈਨੂੰ ਤਾਂ ਸੁਣਦੀਆਂ ਹੀ ਆ। ਮਤਲਬ ਇੱਕ ਇਹ ਹਿਸਾਬ ਲਾ ਲਓ ਵੀ ਇੱਕ ਲਾਂਗੜੀਏ ਬੰਦਾ ਆ, ਉਹ ਆਪਾਂ ਨੂੰ ਆਵਾਜ਼ ਮਾਰ ਕੇ ਉਠਾ ਰਿਹਾ ਹੈ ਨਾ। ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਵੀ ਇੱਕ ਲਾਂਗੜੀ ਬੰਦਾ, ਉਹ ਹੀ ਬਜ਼ੁਰਗ, ਔਰ ਉਹਦਾ ਕੋਈ ਪੜ੍ਹਨ ਨਾਲ ਕੋਈ ਮਤਲਬ ਨਹੀਂ ਹੈਗਾ। ਉਹ ਆਪਾਂ ਨੂੰ ਆਵਾਜ਼ ਮਾਰ ਰਿਹਾ ਵੀ ਉੱਠੋ, ਅਤੇ ਫਿਰ ਆਪਾਂ ਅਧਿਕਾਰੀ ਕਿਵੇਂ ਹੋਏ ਵਿੱਦਿਆ ਦੇ? ਆਪਾਂ ਨੂੰ ਵੀ ਕੋਈ ਆਵਾਜ਼ ਮਾਰੇ ਬੰਦਾ ਵੀ ਉੱਠੋ, ਸਮਝ ਗਏ? ਵਿਦਿਆਰਥੀ ਦੀ ਨੀਂਦ ਕਿਹੋ ਜਿਹੀ ਹੋਣੀ ਚਾਹੀਦੀ ਆ? ਕਿਹੋ ਜਿਹੀ ਹੋਣੀ ਚਾਹੀਦੀ ਆ? ਇੱਕ ਸ਼ਲੋਕ ਮੈਂ ਬੋਲਦਾ ਹਾਂ, ਮੈਨੂੰ ਭੁੱਲ ਗਿਆ, ਉੱਠ ਨਹੀਂ ਰਿਹਾ। ਹਾਂ, ਕਾਗ ਚੇਸ਼ਟਾ ਬਕੋ ਧਿਆਨਾ, ਕਾਗ ਚੇਸ਼ਟਾ ਬਕੋ ਧਿਆਨਾ, ਸਵਾਨ ਨਿੰਦਰਾ ਤਥਈ ਵਿੱਚ। ਠੀਕ ਹੈ। ਅਲਪ ਆਹਾਰੀ ਗ੍ਰਹਿ ਤਿਆਗੀ ਵਿਦਿਆਰਥੀ ਪੰਚ ਲਕਸ਼ਣਮ। ਕਾਗ ਚੇਸ਼ਟਾ, ਸਮਝ ਗਏ? ਕਾਂ ਦੀ ਚੇਸ਼ਟਾ ਦੇਖੀ ਹੈ ਕਿੰਨਾ ਤੇਜ਼ ਹੈ ਕਾਂ, ਸਮਝ ਗਏ? ਕਾਂ ਦੀਆਂ ਅੱਗੇ ਐਦ ਦੋ ਆ, ਪਿੱਛੇ ਨਜ਼ਰ ਇੱਕੋ ਹੀ ਹੈ, ਸਮਝ ਗਏ? ਅੱਖਾਂ ਉਹਦੀਆਂ ਦੋ ਆ ਪਰ ਨਜ਼ਰ ਇੱਕੋ ਹੀ ਹੈ। ਉਹ ਦੋਵਾਂ 'ਚ ਘੁਮਾਉਂਦਾ ਆ, ਦੋਵਾਂ 'ਚ ਅਲੱਗ ਅਲੱਗ ਨਹੀਂ ਹੈ। ਉਹ ਐ ਉੱਧਰ ਉੱਧਰ ਦੋਵੇਂ ਪਾਸੇ ਘੁਮਾਉਂਦਾ। ਉਹ ਕਿੰਨਾ ਤੇਜ਼ ਹੈ, ਉਹਨੂੰ ਕਦੀ ਕਦੀ ਰੋੜਾ ਨਹੀਂ ਮਾਰ ਸਕਦੇ ਜਲਦੀ ਕੀਤਿਆਂ, ਸਮਝ ਗਏ? ਕਦੀ ਜਲਦੀ ਕਿਤੇ ਮਾਰ ਨਹੀਂ ਖਾਂਦਾ ਉਹ। ਰੱਬੀ ਕਿਤੇ ਕੋਈ ਬਹੁਤ ਜ਼ਿਆਦਾ ਸ਼ਾਤਰ ਦਿਮਾਗ ਹੋਏ ਗੱਲ ਵੱਖਰੀ ਹੈ, ਨਹੀਂ ਤਾਂ ਉਹ ਛੇਤੀ ਕਿਤੇ ਮਾਰ ਨਹੀਂ ਖਾਂਦਾ। ਕਾਗ ਚੇਸ਼ਟਾ, ਵਿਦਿਆਰਥੀ ਦੀ ਚੇਸ਼ਟਾ ਕਾਂ ਵਰਗੀ ਹੋਣੀ ਚਾਹੀਦੀ, ਇੰਨਾ ਸਾਵਧਾਨ ਹੋਵੇ, ਸਮਝ ਗਏ? ਬਕੋ ਧਿਆਨਾ, ਧਿਆਨ ਦਾ ਕਿਹੋ ਜਿਹਾ ਹੋਣਾ ਚਾਹੀਦਾ? ਬਗਲੇ ਵਰਗਾ। ਬਗਲਾ ਆਪਣੇ ਲਕਸ਼ 'ਤੇ ਜਦੋਂ ਉਹਨੇ ਲਕਸ਼ ਨੂੰ ਪਕੜਨਾ ਹੋਵੇ ਨਾ, ਫਿਰ ਇੱਕਦਮ ਮਸਤ। ਲਕਸ਼ ਨੂੰ ਨਹੀਂ ਪਤਾ ਲੱਗਦਾ ਵੀ ਇਹਨੇ ਕੀ ਕਰਨਾ, ਮਛਲੀ ਨੂੰ ਨਹੀਂ ਪਤਾ ਲੱਗਦਾ। ਇੱਕਦਮ ਮਸਤ ਹੋ ਕੇ ਇੱਕਦਮ ਉਹਨੇ ਝਪਟ ਮਾਰਨੀ ਹੈ, ਯਾਨੀ ਉਹਦੇ ਕੋਲ ਧਿਆਨ ਲੈਣਾ ਵਾ। ਉਹਦੇ ਵਿੱਚੋਂ ਕੀ ਲੈਣਾ ਆਪਾਂ? ਧਿਆਨ, ਵੀ ਉਹ ਇੰਨਾ ਜ਼ਿਆਦਾ ਆਪਣੇ ਲਕਸ਼ ਦੇ ਉੱਤੇ ਧਿਆਨ ਰੱਖਦਾ ਆ। ਕਾਗ ਚੇਸ਼ਟਾ ਬਕੋ ਧਿਆਨਾ, ਫਿਰ ਸਵਾਨ ਨਿਦਰਾ, ਕੁੱਤੇ ਵਰਗੀ। ਸਵਾਨ ਭਾਵ ਕੁੱਤਾ, ਨੀਂਦ ਉਹਦੀ ਕਿਹੋ ਜਿਹੀ ਹੋਵੇ? ਕੁੱਤੇ ਵਰਗੀ। ਕੁੱਤਾ ਕਿੰਨਾ ਸਾਵਧਾਨ ਹੁੰਦਾ, ਦੇਖਿਆ ਕਿੰਨਾ ਸਾਵਧਾਨ ਹੁੰਦਾ? ਸੁੱਤਾ ਹੋਵੇ ਰੋਡ 'ਚ, ਮਾੜਾ ਜਿਹਾ ਖਟਕਾ ਤੁਰੰਤ ਇੱਕਦਮ, ਸਮਝ ਗਏ? ਸਵਾਨ ਨਿਦਰਾ, ਤਿੰਨ ਹੋ ਗਏ, ਸਮਝ ਗਏ? ਕਾਗ ਚੇਸ਼ਟਾ ਬਕੋ ਧਿਆਨਾ, ਸਵਾਨ ਨਿਦਰਾ ਤਥਈ ਵਿਚਾ, ਔਰ ਅਲਪ ਆਹਾਰੀ। ਠੀਕ ਹੈ, ਥੋੜ੍ਹਾ ਖਾਂਦਾ ਹੋਵੇ। ਠੀਕ ਹੈ। ਗ੍ਰਹਿ ਤਿਆਗੀ, ਜਿੰਨਾ ਚਿਰ ਪੜ੍ਹ ਰਿਹਾ ਉਹ ਪਿੱਛੇ ਦਾ ਖਿਆਲ ਨਾ ਕਰੇ, ਸਮਝ ਗਏ? ਗ੍ਰਹਿ ਤਿਆਗੀ, ਉਹਨਾਂ ਚਿਰ ਭਾਵ ਬ੍ਰਹਮਚਾਰੀ ਰਹਿ ਕਰਕੇ ਘਰ ਦਾ ਤਿਆਗ ਕੀਤਾ ਹੋਵੇ ਉਹਨੇ। ਪਹਿਲਾਂ ਇਹੋ ਹੀ ਨਿਯਮ ਸੀ ਨਾ, ਗੁਰੂਕੁਲ 'ਚ ਛੱਡ ਆਓ ਵਿਦਿਆਰਥੀ ਨੂੰ, 25 ਸਾਲ ਤੱਕ ਨਹੀਂ ਆਉਣਾ ਉਹਨੇ। 25 ਸਾਲ ਉਹਨੇ ਗੁਰੂਕੁਲ 'ਚ ਰਹਿਣਾ ਆ। 25 ਸਾਲ ਬਾਅਦ ਵਿੱਦਿਆ ਪੂਰੀ ਕਰਕੇ ਗੁਰੂ ਦੀ ਆਗਿਆ ਲੈ ਕੇ ਫਿਰ ਉੱਥੋਂ ਆਉਣਾ। ਫਿਰ ਆ ਕੇ ਉਹਨੇ ਉਹ 25 ਸਾਲ ਬਾਅਦ ਉਹਨੇ ਬ੍ਰਹਮਚਾਰੀ ਰਹਿਣਾ, ਜਾਂ ਉਹਨੇ ਗ੍ਰਸਤ 'ਚ ਜਾਣਾ, ਜਾਂ ਉਹਨੇ ਜੋ ਵੀ ਕਰਨਾ। ਪਰ ਜਿੰਨਾ ਚਿਰ ਉਹ ਪੜ੍ਹ ਰਿਹਾ ਉਹਨਾਂ ਚਿਰ ਉਹਨੇ ਨਹੀਂ ਜਾਣਾ। ਅਲਪਹਾਰੀ ਗ੍ਰਹਿ ਤਿਆਗੀ ਵਿਦਿਆਰਥੀ ਪੰਚ ਲਕਸ਼ਣਮ। ਠੀਕ ਹੈ। ਇਹ ਜੇ 5 ਲਕਸ਼ਣ ਹੈ ਤੇ ਫਿਰ ਮੰਨ ਵਿਦਿਆਰਥੀ ਨੇ, ਤੇ ਵਿਦਿਆਰਥੀ ਨਹੀਂ। तथैव च मतलब तथैव च, ਉਹ ਇੱਕ ਪਾਦ ਪੂਰਤੀ ਆ। ठीक है, एवं तथा, और ठीक है, समझ गए? तथा, तथैव, तथा एव, तथैव। ਆਲਸੀ, ਜਿਹੜਾ ਵਿੱਦਿਆ ਦਾ ਅਧਿਕਾਰੀ ਨਹੀਂ ਹੈ। ਕੁਮਤੀ, ਜਿਹਦੀ ਬੁੱਧੀ, ਜਿਹੜੀ ਮਤੀ ਜਿਹਦੀ ਆ ਉਹ ਕੁਮਤੀ ਹੈ, ਖੋਟੀ ਬੁੱਧੀ ਹੈ, ਉਹਦੀ ਬੁੱਧੀ 'ਚ ਖੋਟ ਹੈ। ਠੀਕ ਹੈ। ਜਿਹਦਾ ਅੰਤःਕਰਨ ਮਲੀਨ ਹੈ, ਉਹ ਵਿੱਦਿਆ ਨਹੀਂ ਪੜ੍ਹ ਸਕਦਾ। ਭਾਵ ਉਹਨੂੰ ਜਪ ਤਪ ਸੇਵਾ ਸਿਮਰਨ ਕਰਕੇ ਨਾਲ ਨਾਲ ਉਹਦਾ ਅੰਤःਕਰਨ ਸ਼ੁੱਧ ਹੋਣਾ ਚਾਹੀਦਾ, ਨਹੀਂ ਤਾਂ ਉਹਦੇ ਅੰਦਰ ਵਿੱਦਿਆ ਟਿਕੇਗੀ ਨਹੀਂ, ਜਗ੍ਹਾ ਨਹੀਂ ਹੈ ਅੰਦਰ। ਬ੍ਰਹਮ ਵਿੱਦਿਆ ਹੈ ਨਾ, ਜਿਵੇਂ ਮਤਲਬ ਸ਼ੇਰਨੀ ਦਾ ਦੁੱਧ ਜਿਹੜਾ ਉਹ ਸੋਨੇ ਦੇ ਭਾਂਡੇ 'ਚ ਪਾ ਸਕਦੇ ਆ, ਨਹੀਂ ਤਾਂ ਭਾਂਡਾ ਫਾੜ ਜਾਏਗਾ, ਸਮਝ ਗਏ? ਸ਼ੇਰਨੀ ਦਾ ਦੁੱਧ ਚੋਣਾ ਹੋਵੇ ਤੇ ਸੋਨੇ ਦੇ ਭਾਂਡੇ 'ਚ,
ਦੂਜੇ 'ਚ ਨਹੀਂ ਟਿਕੇਗਾ। ਸਮਝ ਗਏ? ਯਾਨੀ ਬ੍ਰਹਮ ਵਿਦਿਆ ਇੰਨੀ ਪਵਿੱਤਰ ਹੈ ਕਿ ਜਗ੍ਹਾ ਚਾਹੀਦੀ ਅੰਦਰ, ਪਵਿੱਤਰਤਾ ਹੋਵੇ ਤਾਂ ਟਿਕੇਗੀ, ਨਹੀਂ ਤਾਂ ਨਿਕਲ ਜਾਏਗੀ, ਟਿਕੇਗੀ ਨਹੀਂ। ਤੇ ਰਸਿਕ, ਰਸਿਕ ਕਿ ਰਸਕ, ਰਸਿਕ, ਰਸ ਹਾਂ ਰਸ ਤੇ ਗਰਸਿਆ ਹੋਇਆ। ਹਾਂਜੀ ਰਸ ਦੇ ਵਿੱਚ ਗਰਸਿਆ ਹੋਇਆ ਜੀ। ਹਾਂ, ਰਸ ਦੇ ਵਿੱਚ ਜਿਹੜਾ ਮਸਤ ਹੈ, ਸੰਸਾਰਕ ਰਸਾਂ ਅੰਦਰ ਰਸਿਕ ਹੈ, ਉਹਦੀ ਹਮੇਸ਼ਾ ਹੀ ਰਸਨਾ ਜਿਹੜੀ ਆ ਸੰਸਾਰਕ ਰਸਾਂ ਨੂੰ ਚਾਹੁੰਦੀ ਰਹਿੰਦੀ ਹੈ। ਹਰ ਵੇਲੇ ਚਾਹੁੰਦਾ ਮੈਨੂੰ ਕੁਛ ਮਿਲ ਜੇ, ਖਾ ਲਾਂ, ਇਹ ਕਰ ਲਾਂ, ਉਹ ਲੈ। ਜਿਹੜੀ ਦੁਨੀਆ ਭਰ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਸਾਰੇ ਰਸਾਂ ਦੇ ਵਿੱਚ ਉਹ ਗ੍ਰਸਤ ਹੈ, ਉਹ ਵੀ ਵਿਦਿਆ ਨਹੀਂ ਪੜ੍ਹ ਸਕਦਾ। ਤਿੰਨ ਅਧਿਕਾਰ ਨਾ ਸ਼ਾਸਤਰ ਕੋ, ਐਸੇ ਜੋ 6 ਦੋਸ਼ ਵਾਲੇ ਲੋਕ ਹੈ। ਸਮਝ ਗਏ? ਖੱਟ ਦਾ ਅਰਥ ਹੈ 6, ਦੋਖੀ ਭਾਵ ਦੋਸ਼ ਵਾਲੇ, 6 ਦੋਸ਼ਾਂ ਵਾਲੇ ਜਨ ਜਿਹੜੇ ਪੁਰਸ਼ ਆ, ਤਿੰਨ ਅਧਿਕਾਰ ਨਾ ਸ਼ਾਸਤਰ ਕੋ, ਉਹਨਾਂ ਨੂੰ ਸ਼ਾਸਤਰ ਪੜ੍ਹਨ ਦਾ ਅਧਿਕਾਰ ਨਹੀਂ ਹੈ। रसिक वैरागी क्या था? वो है तो वो भी रसिक है, लेकिन वो नाम का रसिक है, राम नाम का रसिक है ना वो। लेकिन ये रसिक जो है वो संसारक रसों का रसिक है। ठीक है। वो तो वैरागी है, संसार से वैराग होकर के उसको रस ले रहा है अपने स्वरूप का, भक्ति का, ध्यान का। समझ गए? बस करिए। हाँ जी। वाहिगुरु जी का खालसा, वाहिगुरु जी की फतेह।